ਸਭ ਤੋਂ ਪਹਿਲਾਂ ਤੁਸੀਂ ਮੈਨੂੰ ਹੀ ਦੱਸੋ ਕਿ ਮੇਰੇ ਦਿਮਾਗ 'ਚ ਕੀ ਚੱਲ ਰਿਹਾ। ਤੁਸੀਂ ਚਾਹੁੰਦੇ ਕਿ ਕੱਲ ਨੂੰ ਮੇਰਾ ਇੱਕ ਬੜਾ ਵਧੀਆ ਚੈਨਲ ਹੋਵੇ, ਮੈਂ ਉਸ ਚੈਨਲ ਦੀ ਸੀਈਓ ਹੋਵਾਂ। ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਤਾਂ ਹਰ ਇੱਕ ਦੇ ਇਨਸਾਨ ਦੇ ਮਨ 'ਚ ਹੋਣਗੀਆਂ। ਤੁਸੀਂ ਦੱਸ ਦਿਓ, ਜੇ ਪਹਿਲਾਂ ਤੁਸੀਂ ਬਚਪਨ ਤੋਂ ਹੀ ਸੋਚ ਕੇ ਚੱਲੇ ਸੀ ਕਿ ਤੁਸੀਂ ਜਰਨਲਿਸਟ ਬਣਨਾ। ਇਹ ਤਾਂ ਖੈਰ ਕੋਈ ਵੀ ਨਹੀਂ ਸੋਚਦਾ ਹੁੰਦਾ। ਅਸੀਂ 10 ਰੁਪਏ ਰੱਖ ਕੇ BMW ਦੀ ਮੰਗ ਕਰ ਰਹੇ ਹੁੰਦੇ ਹਾਂ ਬਾਬਾ ਜੀ। ਜਦੋਂ ਅਸੀਂ ਬਾਬਿਆਂ ਕੋਲ ਜਾਂਦੇ ਹਾਂ ਤਾਂ ਸਾਨੂੰ ਲੱਗਦਾ ਕਿ ਇੱਕ ਰਸਤਾ ਸ਼ਾਇਦ ਇਸ ਦੇ ਥਰੂ ਵੀ ਅਸੀਂ ਕਾਮਯਾਬ ਹੋ ਸਕਦੇ। ਤੇ ਅੱਜ ਕੱਲ ਕਈ ਬਾਬੇ ਜਿਹੜੇ ਤੁਹਾਡਾ ਭਵਿੱਖ ਵੀ ਦੱਸ ਰਹੇ ਆ ਕਿ ਅੱਜ ਦੀ ਤਾਂ ਛੱਡੋ, ਕੱਲ ਤੁਹਾਡੇ ਨਾਲ ਕੀ ਹੋਣਾ ਉਹ ਤੁਹਾਨੂੰ ਦੱਸੂਗੇ। ਕਿਵੇਂ ਦੱਸ ਲੈਂਦੇ ਨੇ? ਜਦੋਂ ਧਰਮ ਕਹਿੰਦਾ ਉਹ ਕਹਿੰਦਾ ਪ੍ਰਮਾਤਮਾ, ਪਰ ਜਦੋਂ ਸਾਇੰਸ ਕਹਿੰਦੀ ਉਹ ਕਹਿੰਦੀ ਵੈਪੋਰੇਸ਼ਨ। ਤੁਹਾਡੇ ਜਨਮ ਤੋਂ ਲੈ ਕੇ ਅਖੀਰ ਤੱਕ ਕੀ ਵਾਪਰਨਾ ਕੀ ਨਹੀਂ ਵਾਪਰਨਾ ਉਹ ਇੱਕ ਕਿਤਾਬ ਦੇ ਵਾਂਗ ਹੈਨਾ, ਉਸਨੂੰ ਪੜ੍ਹਿਆ ਜਾ ਸਕਦਾ। ਮੈਂ ਬਾਜ਼ਾਰੋਂ ਇੱਕ ਚਾਂਦੀ ਦਾ ਕੜਾ ਲਿਆ ਹੈਨਾ, ਉਹਨੂੰ ਲਾਲ ਕੱਪੜੇ ਦੇ ਵਿੱਚ ਲਪੇਟਿਆ ਤੇ ਮੈਂ ਜਾ ਕੇ ਆਪਣੇ ਮਦਰ ਨੂੰ ਦਿੱਤਾ ਕਿ ਆ ਲਓ, ਮੈਂ ਅੱਜ ਗਿਆ ਸੀ ਤੇ ਬਾਬਾ ਜੀ ਨੇ ਕਿਹਾ ਕਿ ਹਰ ਰੋਜ਼ ਘਰ ਦੇ ਵਿੱਚ ਤੁਸੀਂ ਧੂਫ ਲਗਾਉਣੀ ਆ ਤੇ ਇਹਨੂੰ 5 ਦਿਨ ਰੱਖੋ ਪਹਿਲਾਂ ਤੇ ਉਸ ਤੋਂ ਬਾਅਦ ਇਹਨੂੰ ਧਾਰਨ ਕਰਨਾ ਜੀ ਮੰਗਲਵਾਰ ਵਾਲੇ ਦਿਨ। ਅੱਜ ਵੀ ਪਾਇਆ ਕੜਾ ਉਹਨਾਂ ਨੇ? ਹਾਂ, ਅੱਜ ਵੀ ਉਹਨਾਂ ਨੇ ਪਾਇਆ, ਪਰ ਮੈਂ ਉਹਨਾਂ ਨੂੰ ਕਦੇ ਇਹ ਨਹੀਂ ਦੱਸਿਆ ਕਿ ਇਹ ਝੂਠਾ ਕੜਾ ਮੈਂ ਹੀ ਲੈ ਕੇ ਆਂਦਾ ਸੀ। ਕਿ ਵਾਕਈ ਮਨਾਂ ਨੂੰ ਪੜਿਆ ਜਾ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ। ਅੱਜ ਕਿੱਧਰ ਨੂੰ ਜਾ ਰਹੇ ਨੇ ਲੋਕ, ਸਪੈਸ਼ਲੀ ਪੜ੍ਹੇ ਲਿਖੇ ਲੋਕਾਂ ਦੀ ਜੇ ਅਸੀਂ ਗੱਲ ਕਰੀਏ, ਡੇਰਾਵਾਦ ਬਹੁਤ ਜ਼ਿਆਦਾ ਹੈ। ਕਈ ਬਾਬੇ ਅਜਿਹੇ ਨੇ ਜਿਹੜੇ ਕਿ ਤੁਹਾਡਾ ਭਵਿੱਖ ਤੁਹਾਨੂੰ ਦੱਸ ਸਕਦੇ ਨੇ। ਤੁਹਾਡੇ ਨਾਲ ਅਗਲੇ ਕੁਝ ਕੁ ਸੈਕਿੰਡ ਦੇ ਵਿੱਚ, ਮਿੰਟਾਂ ਦੇ ਵਿੱਚ ਜਾਂ ਭਵਿੱਖ ਦੇ ਵਿੱਚ ਕੀ ਹੋਣ ਵਾਲਾ ਹੈ ਉਹ ਵੀ ਤੁਹਾਨੂੰ ਦੱਸ ਸਕਦੇ ਨੇ। ਅਸੀਂ ਅੱਜ ਇਸ ਤੇ ਹੀ ਗੱਲਬਾਤ ਕਰਾਂਗੇ ਕਿਉਂਕਿ ਅਸੀਂ ਜਾਗਰੂਕ ਕਰਨਾ ਚਾਹੁੰਦੇ ਹਾਂ ਤੁਹਾਨੂੰ ਕਿ ਤੁਸੀਂ ਕਿਸੇ ਗਲਤ ਸੰਗਤ ਦੇ ਵਿੱਚ ਨਾ ਪੈ ਜਾਓ, ਤੁਸੀਂ ਕਿਤੇ ਗਲਤ ਰਸਤੇ ਤੇ ਨਾ ਚਲੇ ਜਾਓ। ਤਾਂ ਬਹੁਤ-ਬਹੁਤ ਸਵਾਗਤ ਹੈ तमाम ਦਰਸ਼ਕਾਂ ਦਾ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਗਗਨਦੀਪ ਸਿੰਘ। ਗਗਨਦੀਪ ਜੀ, ਬਹੁਤ-ਬਹੁਤ ਸਵਾਗਤ ਹੈ। ਸਾਈਕੋਲੋਜਿਸਟ ਨੇ। ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਮਨ ਨੂੰ ਪੜ੍ਹਿਆ ਜਾ ਸਕਦਾ ਹੈ। ਗਗਨਦੀਪ ਜੀ, ਬਹੁਤ ਚੱਲ ਰਿਹਾ ਹੈ ਦੁਨੀਆ ਤੇ, ਲੋਕ ਪਿੱਛੇ ਲੱਗ ਰਹੇ ਨੇ, ਭਵਿੱਖ 'ਚ ਕੀ ਹੋਣਾ ਹੈ, ਸਾਡੇ ਨਾਲ ਇਹ ਮਾੜਾ ਹੋ ਰਿਹਾ ਹੈ, ਸਾਡੇ ਨਾਲ ਇਹ ਚੰਗਾ ਹੋ ਰਿਹਾ। ਸਭ ਤੋਂ ਪਹਿਲਾਂ ਤੁਸੀਂ ਮੈਨੂੰ ਹੀ ਦੱਸੋ ਕਿ ਮੇਰੇ ਦਿਮਾਗ 'ਚ ਕੀ ਚੱਲ ਰਿਹਾ। ਤੁਸੀਂ ਇੱਕ ਬਹੁਤ ਕਾਮਯਾਬ ਇਨਸਾਨ ਬਣਨਾ ਚਾਹੁੰਦੇ ਹੋ। ਤੁਸੀਂ ਚਾਹੁੰਦੇ ਹੋ ਕਿ ਕੱਲ ਨੂੰ ਮੇਰਾ ਇੱਕ ਬੜਾ ਵਧੀਆ ਚੈਨਲ ਹੋਵੇ ਤੇ ਮੈਂ ਉਸ ਚੈਨਲ ਦੀ ਸੀਈਓ ਹੋਵਾਂ ਤੇ ਮੇਰੇ ਕਈ ਬੰਦੇ ਅੱਗੇ ਪਿੱਛੇ ਕੰਮ ਕਰਦੇ ਹੋਣ ਤੇ ਬੜੀ ਵਧੀਆ ਮੇਰੇ ਕੋਲ ਚੰਗਾ ਇੱਕ ਘਰ ਹੈ ਨਾ, ਬੜੀ ਵਧੀਆ ਕਾਰ ਹੋਵੇ ਤੇ ਬਹੁਤ ਵਧੀਆ ਇੱਕ ਰੈਪੂਟੇਸ਼ਨ ਹੋਵੇ, ਮੇਰੇ ਨਾਮ ਨੂੰ ਸਾਰਾ ਇੱਕ ਦੁਨੀਆ ਜਾਣਦੀ ਹੋਵੇ। ਪਰ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ, ਇਹਦੇ ਵਿੱਚ ਬੜਾ ਹੁੰਦਾ ਮਨ ਦੇ ਵਿੱਚ, ਮੈਂ ਯਾਰ ਬੜਾ ਕਰਦੇ ਆ ਲੋਕਾਂ ਦਾ, ਮੁੜ ਕੇ ਮੇਰਾ ਕੋਈ ਅੱਗੇ ਨਹੀਂ ਕਰ ਰਿਹਾ ਹਨਾ, ਮੈਂ ਤਾਂ ਬੜਾ ਕੀਤਾ ਕਿਸੇ ਦਾ ਹਨਾ, ਮਨੋਂ ਕਰਦੀ ਆ ਪਰ ਮੇਰੇ ਨਾਲ ਨਹੀਂ ਚੱਲ ਰਹੇ ਹਨਾ ਕਈ ਚੀਜ਼ਾਂ। ਹੁਣ ਤੁਸੀਂ ਜਦੋਂ ਸਵੇਰੇ ਘਰੋਂ ਚੱਲਦੇ ਹੋ ਸੋਚ ਕੇ ਤੁਸੀਂ ਕਈ ਵਾਰੀ ਕੁਝ ਹੋਰ ਆਉਂਦੇ ਹੋ, ਹੋਰ ਕੁਝ ਹੋ ਜਾਂਦਾ ਇੱਥੇ ਆ ਕੇ ਹਨਾ, ਬੜੇ ਨਿਰਾਸ਼ ਵੀ ਹੁੰਦੇ ਹੋ ਤੁਸੀਂ ਕਈ ਵਾਰੀ, ਪਰ ਕਈ ਵਾਰੀ ਫਿਰ ਤੁਸੀਂ ਬੜੇ ਖੁਸ਼ ਹੋ ਕੇ ਚੱਲਦੇ ਹੋ ਕਿ ਹਾਂ। ਪਰ ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਤਾਂ ਹਰ ਇੱਕ ਦੇ ਇਨਸਾਨ ਦੇ ਮਨ 'ਚ ਹੋਣਗੀਆਂ। ਜਿਹੜੇ ਮੇਰੇ ਨਾਲ ਵੀ ਕੰਮ ਕਰ ਰਹੇ ਮੇਰੇ ਕੋਲੀਗਸ ਨੇ, ਉਹਨਾਂ ਦੇ ਮਨਾਂ 'ਚ ਵੀ ਹੋਣਗੀਆਂ ਵੀ ਸਾਡੀ ਵੀ ਕੰਪਨੀ ਹੋਵੇ, ਸਾਡੇ ਵੀ ਥੱਲੇ ਲੋਕ ਕੰਮ ਕਰਨ। ਫਿਰ ਇਕੱਲਾ ਮੇਰੇ ਹੀ ਮਨ 'ਚ ਕਿਉਂ ਇਹੋ ਜਿਹੀਆਂ ਚੀਜ਼ਾਂ ਆਣਗੀਆਂ? ਕਿਉਂਕਿ ਤੁਸੀਂ ਜਿਹੜਾ ਕਿ ਤੁਹਾਡਾ ਸੋਚਣ ਦਾ ਨਜ਼ਰੀਆ ਬਾਕੀਆਂ ਨਾਲੋਂ ਬਹੁਤ ਡਿਫਰੈਂਟ ਆ। ਤੁਸੀਂ ਸ਼ੁਰੂ ਤੋਂ ਮਤਲਬ ਆਪਣੇ ਆਪ ਨੂੰ ਇੱਕ ਐਦਾਂ ਨਹੀਂ ਕੋਈ ਨੈਗੇਟਿਵ ਪਰਸਨ ਨਹੀਂ ਲੈ ਕੇ ਚੱਲੇ, ਬੜਾ ਪੋਜ਼ਿਟਿਵ ਲੈ ਕੇ ਚੱਲੇ ਹੋ ਹਨਾ। ਤੁਹਾਨੂੰ ਇਹ ਸੀ ਕਿ ਸਟਾਰਟਿੰਗ ਤੋਂ ਤੁਹਾਨੂੰ ਇਹ ਨਹੀਂ ਸੀ ਕਿ ਹਾਂ ਮੈਂ ਵੱਡੀ ਹੋ ਕੇ ਜਰਨਲਿਜ਼ਮ ਦੇ ਵਿੱਚ ਜਾਣਾ ਜਾਂ ਕੁਝ ਵੀ, ਪਰ ਇਹ ਸੀ ਕਿ ਹਾਂ ਇੱਕ ਮੇਰਾ ਨਾਮ ਹੋਵੇ ਹਨਾ। ਤੇ ਕਿਸਮਤ ਦੇ ਵਿੱਚੋਂ ਤੁਸੀਂ ਚੱਲਦੇ ਅੱਜ ਇੱਥੇ ਪਹੁੰਚ ਗਏ। ਇਸ ਚੈਨਲ ਤੇ ਇੱਕ ਤੁਹਾਡਾ ਨਾਮ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਚੀਜ਼ ਹੀ ਆ, ਪਰ ਕਦੇ ਪਹਿਲਾਂ ਤੁਸੀਂ ਨਹੀਂ ਸੀ ਸੋਚ ਕੇ ਚੱਲੇ, ਪਰ ਅੱਜ ਚੀਜ਼ ਤੁਹਾਡੇ ਨਾਲ ਹੋ ਰਹੀ ਆ। ਤੁਸੀਂ ਦੱਸ ਦਿਓ, ਜੇ ਪਹਿਲਾਂ ਤੁਸੀਂ ਬਚਪਨ ਤੋਂ ਹੀ ਸੋਚ ਕੇ ਚੱਲੇ ਸੀ ਕਿ ਤੁਸੀਂ ਜਰਨਲਿਸਟ ਬਣਨਾ। ਇਹ ਤਾਂ ਖੈਰ ਕੋਈ ਵੀ ਨਹੀਂ ਸੋਚਦਾ ਹੁੰਦਾ। ਬਹੁਤ ਬੱਚੇ ਆ ਜਿਹੜੇ ਕਹਿੰਦੇ ਹੁੰਦੇ ਕਿ ਹਾਂ ਬਚਪਨ ਤੋਂ, ਪਰ ਨਹੀਂ, ਕਈ ਵਾਰੀ ਆਂਦਾ ਕਿ ਹਾਂ ਤੁਹਾਡਾ ਕੁਝ ਡ੍ਰੀਮ ਅਲੱਗ ਸੀ ਹਨਾ। ਤੁਸੀਂ ਬਸ ਇਹ ਕਹੇ ਸੀ ਕਿ ਹਾਂ ਮੇਰਾ ਦੱਸ ਦਿਓ, ਜੇ ਨਹੀਂ ਕਹਿੰਦੇ ਕਿ ਹਾਂ ਮੈਂ ਇੱਕ ਆਪਣਾ ਨਾਮ ਬਣਾਉਣਾ ਚਾਹੁੰਦੀ ਸੀ। ਨਹੀਂ ਇਹ ਤਾਂ ਹਰੇਕ, ਮੈਂ ਤਾਂ ਗੱਲ ਕਰਦੀ ਹਾਂ ਕਿ ਹਰੇਕ ਸ਼ਖਸ ਦੇ, ਨੌਜਵਾਨ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਵੱਡੇ ਹੋ ਕੇ ਆਪਣਾ ਨਾਮ ਬਣਾਉਣਾ, ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੇ। ਪਰ ਜੇ ਅਸੀਂ ਅੱਜ ਦੀ ਗੱਲ ਕਰੀਏ, ਕਈ ਬਾਬੇ ਅਜਿਹੇ ਨੇ, ਅਸੀਂ ਕਿਸੇ ਪਾਰਟਿਕੂਲਰ ਬਾਬੇ ਦਾ ਤਾਂ ਨਾਮ ਨਹੀਂ ਲੈ ਰਹੇ, ਕਈ ਬਾਬੇ ਅਜਿਹੇ ਨੇ ਜਿਹੜੇ ਕਿ ਮਨਾਂ ਨੂੰ ਪੜ੍ਹ ਰਹੇ ਨੇ, ਦਿਮਾਗ ਨੂੰ ਪੜ੍ਹ ਰਹੇ ਨੇ। ਕਿ ਵਾਕਈ ਮਨਾਂ ਨੂੰ ਪੜ੍ਹਿਆ ਜਾ ਸਕਦਾ ਹੈ? ਬਿਲਕੁਲ ਜੀ, ਮਨ ਇੱਕ ਕਿਤਾਬ ਦੇ ਵਾਂਗ ਆ। ਮੈਂ ਤੁਹਾਡੇ ਮਨ ਨੂੰ ਪੜ੍ਹ ਸਕਦਾ, ਤੁਸੀਂ ਮੇਰੇ ਨੂੰ ਪੜ੍ਹ ਸਕਦੇ ਹੋ ਹੈਨਾ। ਜਦੋਂ ਆਪਾਂ ਜੇ ਇੱਕ ਸਾਈਕੋਲੋਜੀ ਦੀ ਗੱਲ ਕਰਦੇ ਆ, ਇੱਥੇ ਹੀ ਪਹਿਲੀ ਜਿਹੜੀ ਡੈਫੀਨੇਸ਼ਨ ਉਹ ਕਹਿੰਦੇ ਇੱਕ ਸਟੱਡੀ ਆਫ ਹਿਊਮਨ ਬਿਹੇਵੀਅਰ। ਇੱਕ ਹਿਊਮਨ ਦੇ ਬਿਹੇਵੀਅਰ ਨੂੰ, ਇਨਸਾਨ ਦੇ ਵਰਤਾਓ ਨੂੰ ਕਿਵੇਂ ਵਿਚਰਦਾ ਹੋ ਹੈਨਾ, ਉਸ ਨੂੰ ਸਟੱਡੀ ਕਰਨਾ। ਤੇ ਮਨ ਇਹ ਕੀ ਹੋ ਗਿਆ ਕਿ ਉਹਦੇ ਮਨ ਨੂੰ ਪੜ੍ਹਨਾ ਅਸੀਂ ਹੈਨਾ। ਤਾਂ ਇਹ ਇੱਕ ਸਟੱਡੀ ਹੈ ਜੀ, ਪੜ੍ਹ ਸਕਦੇ ਆ। ਕਿੰਨੇ ਪ੍ਰਤੀਸ਼ਤ ਤੱਕ ਮਨ ਪੜ੍ਹਿਆ ਜਾ ਸਕਦਾ ਹੈ? ਮਨ ਕਿਸੇ ਕਿਤਾਬ ਨੂੰ ਜਦੋਂ ਆਪਾਂ ਖੋਲ ਕੇ ਬੈਠਦੇ ਆ, ਉਹਦੇ ਪਹਿਲੇ ਤੋਂ ਲੈ ਕੇ ਅਖੀਰਲੇ ਪੰਨੇ ਤੱਕ ਇਸੇ ਤਰ੍ਹਾਂ ਦੇ ਇਨਸਾਨ ਆ ਜੀ। ਤੁਹਾਡੇ ਜਨਮ ਤੋਂ ਲੈ ਕੇ ਅਖੀਰ ਤੱਕ ਕੀ ਵਾਪਰਨਾ ਕੀ ਨਹੀਂ ਵਾਪਰਨਾ ਉਹ ਇੱਕ ਕਿਤਾਬ ਦੇ ਵਾਂਗ ਆ ਹੈਨਾ, ਉਸਨੂੰ ਪੜ੍ਹਿਆ ਜਾ ਸਕਦਾ। ਕੋਈ ਬੜੀ ਔਖੀ ਗੱਲ ਨਹੀਂ।
ਇਹ ਕੋਈ ਇਹ ਨਹੀਂ, ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਮੈਜਿਕ ਹੈ ਜਾਂ ਚਮਤਕਾਰ ਹੈ ਜਾਂ ਕੁਝ ਨਹੀਂ। ਇੱਕ ਸਾਇੰਸ ਆ, ਇੱਕ ਆਰਟ ਆ, ਜਿਹਦੇ ਥਰੂ ਆਪਾਂ ਕਿਸੇ ਨੂੰ ਵੀ, ਕਿਸੇ ਦੇ ਮਨ ਨੂੰ ਵੀ ਪੜ੍ਹ ਸਕਦੇ ਆ, ਹੈਨਾ, ਕਿਸੇ ਦੀਆਂ ਜਜ਼ਬਾਤਾਂ ਨੂੰ, ਕਿਸੇ ਦੇ ਥਾਟਸ ਨੂੰ, ਕਿਸੇ ਦੀਆਂ ਸੋਚਾਂ ਨੂੰ ਆਪਾਂ ਜਾਣ ਸਕਦੇ ਹਾਂ। ਠੀਕ ਹੈ ਜੀ। ਉਸ ਤੋਂ ਸਭ ਤੋਂ ਵੱਡੀ ਜ਼ਰੂਰੀ ਹੁੰਦੀ ਹੈ ਕਿ ਉਸ ਤੋਂ ਪਹਿਲਾਂ ਤੁਹਾਡੀ ਆਪਣੇ ਮਨ ਦੇ ਪ੍ਰਤੀ ਕਲੀਅਰੈਂਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਜਦੋਂ ਸਾਨੂੰ ਆਪਣੇ ਬਾਰੇ ਨਹੀਂ ਪਤਾ ਹੋਊਗਾ, ਅਸੀਂ ਦੂਜੇ ਨੂੰ ਕਿਵੇਂ ਪੜ੍ਹ ਲਾਂਗੇ? ਇਹੀ ਅੱਜ ਦੇ ਟਾਈਮ ਦੇ ਵਿੱਚ ਹੋ ਰਿਹਾ। ਸਾਨੂੰ ਵਿਹਲੇ ਨਹੀਂ ਮਿਲ ਰਿਹਾ ਜੀ। ਹਰ ਇੱਕ ਇਨਸਾਨ ਇੰਨਾ ਕਿ ਜ਼ਿਆਦਾ ਬਿਜ਼ੀ ਹੋ ਚੁੱਕਿਆ ਆਪਣੀ ਲਾਈਫ ਦੇ ਵਿੱਚ, ਉਹਨੂੰ ਈਵਨ ਆਪਣੇ ਪੇਰੈਂਟਸ ਦਾ ਨਹੀਂ ਪਤਾ ਹੁੰਦਾ, ਜਿਨ੍ਹਾਂ ਨੇ ਜਨਮ ਤੋਂ ਆਪਣੇ ਭੈਣ ਭਰਾਵਾਂ ਦੇ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਕੀ ਲੋੜ ਆ। ਇਹ ਘਰ ਦੇ ਵਿੱਚ ਚਲੇ ਜਾਂਦੇ ਆ, 5 ਬੰਦੇ ਆਪਾਂ ਬੈਠੇ, 5 ਕੋਲ ਆਪਣੇ ਫੋਨ ਹੁੰਦੇ ਆ, ਡਿਨਰ ਕਰਦੇ ਆ, ਉਸ ਟਾਈਮ ਵੀ ਸਾਡੇ ਹੱਥਾਂ 'ਚ ਫੋਨ ਪੜੇ ਹੁੰਦੇ ਆ, ਪਰ ਅਸੀਂ ਇੱਕ ਦੂਜੇ ਦੀ ਕਦੇ ਥਾਟਸ ਨੂੰ ਨਹੀਂ ਪੜ੍ਹ ਸਕੇ ਕਿ ਉਹ ਚਾਹੁੰਦਾ ਕੀ ਹੈ, ਹੈਨਾ। ਫਿਰ ਕੌਣ ਪੜ੍ਹਦਾ? ਉਦੋਂ ਫਿਰ ਸਾਡੇ ਜਿਹਨੇ ਸੋ ਕਾਲਡ ਬਾਬਾ ਜੀ ਆ, ਹੈਨਾ, ਜਿੰਨੇ ਵੀ ਆ, ਕੋਈ ਆਪਾਂ ਵੀ ਪਾਰਟਿਕੂਲਰ ਨਾਮ ਨਹੀਂ ਲੈਣਾ ਚਾਹੁੰਦਾ, ਫਿਰ ਉਹਨਾਂ ਕੋਲ ਟਾਈਮ ਹੁੰਦਾ, ਹੈਨਾ। ਫਿਰ ਉਹ ਬੈਠ ਕੇ ਸਾਡੀਆਂ ਦਿਮਾਗ ਨੂੰ ਬੈਠ ਕੇ ਪੜ੍ਹਦੇ ਆ, ਸਾਨੂੰ ਦੱਸਦੇ ਆ ਕਿ ਤੁਹਾਨੂੰ ਕੀ ਚਾਹੀਦਾ, ਹੈਨਾ। ਜਦ ਕਿ ਇਨਸਾਨ ਨੂੰ ਖੁਦ ਪਤਾ ਹੁੰਦਾ ਉਸ ਨੂੰ ਕੀ ਚਾਹੀਦਾ। ਤੁਹਾਨੂੰ ਪਤਾ ਕਿ ਸ਼ਾਮ ਨੂੰ ਤੁਹਾਨੂੰ ਰੋਟੀ ਚਾਹੀਦੀ ਹੈ, ਹੈਨਾ, ਪਰ ਤੁਹਾਨੂੰ ਬਾਬਾ ਜਾ ਕੇ ਦੱਸੂਗਾ ਸ਼ਾਮ ਨੂੰ ਕਿ ਨਹੀਂ, ਤੈਨੂੰ ਕੀ ਚਾਹੀਦਾ। ਤੇ ਅੱਜ ਕੱਲ ਕਈ ਬਾਬੇ ਜਿਹੜੇ ਤੁਹਾਡਾ ਭਵਿੱਖ ਵੀ ਦੱਸ ਰਹੇ ਆ ਕਿ ਅੱਜ ਦੀ ਤਾਂ ਛੱਡੋ, ਕੱਲ ਤੁਹਾਡੇ ਨਾਲ ਕੀ ਹੋਣਾ ਉਹ ਤੁਹਾਨੂੰ ਦੱਸੂਗੇ, ਕਿਵੇਂ ਦੱਸ ਲੈਂਦੇ ਨੇ? ਬਿਲਕੁਲ। ਭਵਿੱਖ ਦੀ ਜਦੋਂ ਗੱਲ ਕਰੀਏ, ਭਵਿੱਖ ਦਾ ਤਾਂ ਹਰ ਇੱਕ, ਕਿਹੜਾ ਇਨਸਾਨ ਜਿਹਨੂੰ ਆਪਣੇ ਭਵਿੱਖ ਦੀ ਚਿੰਤਾ ਨਹੀਂ ਹੈਗੀ? ਤੇ ਹਰ ਇੱਕ ਇਨਸਾਨ ਆਪਣੇ ਭਵਿੱਖ ਬਾਰੇ ਸੋਚਣਾ ਚਾਹੁੰਦਾ, ਜਾਣਨਾ ਚਾਹੁੰਦਾ। ਇੱਕ ਛੋਟੇ ਬੱਚੇ ਨੂੰ ਵੀ ਇਹ ਹੁੰਦਾ ਕਿ ਹਾਂ, ਉਹਨੂੰ ਕੱਲ ਨੂੰ ਮੇਰੇ ਪਾਪਾ ਕਿਹੜੀ ਚਾਕਲੇਟ ਲੈ ਕੇ ਦੇਣਗੇ ਜਾਂ ਕਿਹੜੀ ਟੌਫੀ ਲੈ ਕੇ ਆਉਣਗੇ, ਉਹਦੇ ਮਨ ਦੇ ਵਿੱਚ ਆਪਣੇ ਭਵਿੱਖ ਪ੍ਰਤੀ ਵੀ ਮੈਂ ਵੱਡਾ ਹੋ ਕੇ ਇਹ ਬਣਨਾ ਜਾਂ ਕੀ ਕਰਨਾ, ਹਨਾ। ਜਦੋਂ ਭਵਿੱਖ ਦੀ ਗੱਲ ਕਰਦੇ ਆਪਾਂ, ਭਵਿੱਖ ਨੂੰ ਕਿਸੇ ਦੇ ਪੜ੍ਹਨਾ ਜਾਂ ਦੱਸਣਾ ਬੜਾ ਆਸਾਨ ਆ। ਮੈਂ ਇੱਥੇ ਬੈਠ ਕੇ ਤੁਹਾਡਾ ਭਵਿੱਖ ਦੱਸ ਸਕਦਾ ਜੀ, ਹੈਨਾ। ਬਹੁਤ ਬ੍ਰਾਈਟ ਆ ਤੁਹਾਡਾ ਭਵਿੱਖ, ਬਹੁਤ ਅੱਗੇ ਭਵਿੱਖ ਦੱਸ ਸਕਦੇ ਹੋ। ਅਗਲੇ ਕੁਝ ਕੁ ਸੈਕਿੰਡ ਦੇ ਵਿੱਚ ਜਾਂ ਮਿੰਟਾਂ ਦੇ ਵਿੱਚ ਜਾਂ ਘੰਟੇ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਹੈ, ਇਹ ਤਾਂ ਕੋਈ ਨਹੀਂ ਦੱਸ ਸਕਦਾ। ਦੱਸ ਸਕਦੇ ਹਾਂ ਜੀ। ਇਹਦੇ ਵਿੱਚ ਵੀ ਇੱਕ ਕੀ ਹੈ, ਜਦੋਂ ਮਾਈਂਡ ਦੇ ਵਿੱਚ ਆਪਾਂ, ਜੇ ਹੁਣ ਮੈਂ ਤੁਹਾਨੂੰ ਕਹਿੰਦਾ, ਤੁਸੀਂ ਕਹਿ ਰਹੇ ਹੋ ਕਿ ਮੈਂ ਇੱਥੋਂ ਨਿਕਲ ਕੇ ਜਾ ਰਹੀ ਹਾਂ, ਮੈਂ ਤੁਹਾਨੂੰ ਕਹੂੰਗਾ ਥੋੜਾ ਬਚ ਕੇ ਜਾਇਓ, ਹੈਨਾ, ਅੱਗੇ ਐਕਸੀਡੈਂਟ ਹੋਣ ਦਾ ਖਤਰਾ। ਉਹ ਤਾਂ ਓਬਵੀਅਸ ਜੀ ਗੱਲ ਹੈ, ਜਦੋਂ ਰੋਡ ਤੇ ਨਿਕਲੂਗੇ ਟ੍ਰੈਫਿਕ ਇੰਨੀ ਕੁ, ਹਰ ਇੱਕ ਮੋੜ ਤੇ ਇੰਨੀ ਕੁ ਜ਼ਿਆਦਾ ਟ੍ਰੈਫਿਕ ਆ, ਕਿਤੇ ਨਾ ਕਿਤੇ ਕੋਈ ਸਾਡੇ ਅੱਗੇ ਕੋਈ ਨਾ ਕੋਈ ਪਰਸਨ ਆ ਜਾਂਦਾ, ਤੇ ਫਿਰ ਉਹ ਤੁਹਾਡੇ ਥਾਟ ਚਲੀ ਜਾਊਗੀ ਕਿ ਹਾਂ ਵਾਕਿਆ ਉਸ ਪਰਸਨ ਨੇ ਮੈਨੂੰ ਕਿਹਾ ਸੀ ਬਚ ਕੇ ਨਿਕਲੀ, ਹੈਨਾ, ਕਿ ਤੈਨੂੰ ਖਤਰਾ ਹੈ, ਹੈਨਾ। ਐਦਾਂ ਹੁੰਦਾ, ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਇੱਕ ਆਮ, ਜਦੋਂ ਕਿਸੇ ਬਾਬੇ ਦੀ ਗੱਲ ਕਰੀਏ, ਕਿਉਂਕਿ ਉਹਨਾਂ ਨੇ ਨਾ, ਜਦੋਂ ਇੱਕ ਮਾਈਂਡ ਦੀ ਗੱਲ ਕਰਦੇ ਆ, ਇਹ 3 ਪਾਰਟ ਦੇ ਵਿੱਚ ਡਿਵਾਈਡ ਹੁੰਦਾ, ਕੌਨਸ਼ੀਅਸ, ਸਬਕੌਨਸ਼ੀਅਸ ਤੇ ਅਨਕੌਨਸ਼ੀਅਸ, ਹਨਾ। ਜਦੋਂ ਅਸੀਂ ਆਪਣੇ ਮਾਈਂਡ ਤੇ ਕੌਨਸ਼ੀਅਸਨੈਸ ਆਪਾਂ ਬੈਠੇ ਆ, ਗੱਲਬਾਤ ਕਰ ਰਹੇ ਹਾਂ, ਹਨਾ, ਗੱਲਬਾਤ ਕਰਦੇ ਕਰਦੇ ਵੀ ਮੇਰੇ ਮਾਈਂਡ ਦੇ ਵਿੱਚ ਬਹੁਤ ਚੀਜ਼ਾਂ ਚੱਲ ਰਹੀਆਂ ਇਸ ਟਾਈਮ, ਹਨਾ। ਤੁਹਾਡੇ ਮਾਈਂਡ ਦੇ ਵਿੱਚ ਵੀ ਚੱਲ ਰਹੀਆਂ ਹੋਣਗੀਆਂ, ਮੇ ਵੀ ਤੁਹਾਡਾ ਅਗਲਾ ਆਪਰੇਸ਼ਨ ਚੱਲਦਾ ਹੋਊਗਾ, ਕੀ ਕੁਐਸਚਨ ਮੈਂ ਪੁੱਟ ਕਰਾਂ ਇਹਨਾਂ ਨੂੰ, ਹਨਾ, ਵੀ ਅਗਲਾ ਮੇਰਾ ਕੀ ਹੋਊਗਾ, ਤੇ ਮੇਰੇ ਮਾਈਂਡ 'ਚ ਹੋਊਗਾ ਕਿ ਹਾਂ ਮੈਂ ਅਗਲੇ ਦਾ ਕੀ ਜਵਾਬ ਦੇਵਾਂ। ਤਾਂ ਮਾਈਂਡ ਹੈ ਨਾ ਜਿਹੜਾ, ਇਹ ਸੁੱਤੇ ਹੋਏ ਵੀ ਵਰਕ ਕਰਦਾ। ਇਹ ਚੀਜ਼ ਬਹੁਤ ਬਹੁਤ ਪਿਆਰੀ ਪਰਮਾਤਮਾ ਨੇ ਜੋ ਕੁਦਰਤ ਨੇ ਆਪਾਂ ਨੂੰ ਦੇਣ ਬਖਸ਼ੀ ਆ, ਉਹ ਇੱਕ ਹੀ ਦਿਮਾਗ ਆ, ਹਨਾ। ਤੇ ਆਪਾਂ ਸਿਰਫ 1% ਯੂਜ਼ ਕਰਦੇ ਆ। ਜਿਹੜੇ ਪਰਸਨਾਂ ਨੇ 1 ਤੋਂ ਜ਼ਿਆਦਾ % ਯੂਜ਼ ਕੀਤਾ, ਉਹਨਾਂ ਦਾ ਨਾਮ ਅੱਜ ਪੂਰੀ ਹਿਸਟਰੀ ਦੇ ਵਿੱਚ ਪੂਰੀ ਦੁਨੀਆ ਜਾਣਦੀ ਹੈ, ਹਨਾ। ਆਇਨਸਟਾਈਨ ਹੋ ਗਿਆ ਜਾਂ ਹੋਰ ਵੀ ਕਿੰਨੇ ਸਾਇੰਟਿਸਟ ਸੀ। ਸੇਵਗਿਰਦਾ ਤਾਂ ਹਰ ਇੱਕ ਨੇ ਦੇਖ ਲਿਆ ਸੀ, ਹਨਾ। ਉਹਦੇ ਤੇ ਲਾਅ ਬਣਾਉਣ ਵਾਲਾ ਤਾਂ 1% ਸੀ। ਬਿਲਕੁਲ ਐਦਾਂ ਹੁੰਦਾ ਕਿ ਹਾਂ, ਮੀਡੀਆ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਖਬਰ ਕੋਈ 1% ਸੀ, ਜਦੋਂ ਇਹਨੇ ਸ਼ੁਰੂਆਤ ਕੀਤੀ ਹਾਂ ਅਸੀਂ ਆਪਣੇ ਥਾਟਸ ਦੂਜੇ ਪਰਸਨ ਤੱਕ ਕਿਵੇਂ ਪਹੁੰਚਾ ਸਕਦੇ ਹਾਂ, ਹਨਾ। ਫਿਰ ਤਾਂ ਮੈਜਿਕ ਇਹ ਹੋ ਗਿਆ ਕਿ ਮੈਂ ਅੱਜ ਬੈਠਾ ਕੈਨੇਡਾ ਦੀ ਗੱਲ ਕਰ ਰਹੇ ਹਾਂ, ਵੀ ਤਾਂ ਇੱਕ ਮੈਜਿਕ ਆ, ਪਰ ਸਾਇੰਸ ਕਹਿੰਦੀ ਹੈ ਨੈਟਵਰਕ ਆ, ਹੈ ਤਾਂ ਮੈਜਿਕ ਹੈ ਨਾ। ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ, ਸਾਹਮਣੇ ਪਰਸਨ ਬੈਠਾ ਤੁਹਾਨੂੰ ਦਿਖ ਰਿਹਾ ਕੀ ਕਰ ਰਿਹਾ, ਹੈਨਾ। ਬਾਬਾ ਜੀ ਕਹਿਣਗੇ ਜਦੋਂ ਤੱਕ ਸਾਇੰਸ ਨਹੀਂ ਸੀ ਡਿਵੈਲਪ ਹੋਈ ਵੀ ਇਹ ਤਾਂ ਇੱਕ ਚਮਤਕਾਰ ਹੋ ਰਿਹਾ, ਹੈਨਾ, ਪਰ ਆਪਾਂ ਨੂੰ ਪਤਾ ਕਿ ਸਾਇੰਸ ਆ, ਹੈਨਾ। ਕੋਈ ਤਾਰ ਨਹੀਂ ਜੁੜੀ ਹੋਈ ਹੁੰਦੀ ਉਸ ਟਾਈਮ। ਤੁਸੀਂ ਖੁਦ ਦੇਖਿਆ ਹੋਣਾ, ਹੁਣ ਬੈਠਾ ਆਪਾਂ ਕੈਨੇਡਾ ਕਾਲ ਲਾ ਲਈਏ, ਆਪਾਂ ਨੂੰ ਉੱਥੇ ਤਾਂ ਸਾਰਾ ਕੁਝ ਪਤਾ ਹੁੰਦਾ। ਈਵਨ ਆਪਾਂ ਇਹ ਦੱਸ ਦਿੰਦੇ ਕਿ ਪਰਸੋਂ ਨੂੰ ਮੀਂਹ ਪੈ ਰਿਹਾ ਜਾਂ ਕੱਲ ਮੀਂਹ ਪੈਣਾ, ਹਨਾ, ਨਹੀਂ ਪੈਣਾ, ਬਾਰਿਸ਼ ਹੋਣੀ ਹੈ ਜਾਂ ਹਵਾਵਾਂ ਚੱਲਣਗੀਆਂ, ਫਿਰ ਮਤਲਬ ਸਾਇੰਟਿਸਟ ਤਾਂ ਬਹੁਤ ਬੜੇ ਮੈਜੀਸ਼ੀਅਨ ਹੋ ਗਏ। ਸਭ ਤੋਂ ਜ਼ਿਆਦਾ ਤਾਂ ਫਿਰ ਭਵਿੱਖ ਉਹਨਾਂ ਨੂੰ ਪਤਾ ਆਪਣਾ। ਪਰ ਅੱਜ ਦੁਨੀਆ ਕਿਉਂ ਭੱਜੀ ਫਿਰਦੀ ਆ ਬਾਬਿਆਂ ਪਿੱਛੇ? ਕਾਰਨ, ਹਾਂਜੀ, ਉਹਦਾ ਕਾਰਨ ਮੈਂ ਇਹੀ ਦੱਸਣਾ ਚਾਹੁੰਦਾ ਕਿ ਹਰ ਇੱਕ ਇਨਸਾਨ ਆ ਜਿਹੜਾ, ਉਹ ਆਪਣੇ ਜੀਵਨ 'ਚ ਇੰਨਾ ਕਿ ਜ਼ਿਆਦਾ, ਮਤਲਬ ਉਹ ਦਿਖਾ ਰਿਹਾ ਕਿ ਬਿਜ਼ੀ ਹੋ ਚੁੱਕਿਆ, ਅਸਲ ਦੇ ਵਿੱਚ ਉਹ ਬਿਜ਼ੀ ਨਹੀਂ ਹੈਗਾ। ਉਹ ਖੁਦ ਦੀਆਂ ਥਾਟ ਪ੍ਰੋਸੈਸਾਂ ਦੇ ਵਿੱਚ ਉਲਝ ਜਾਂਦਾ ਨਾ ਜਦੋਂ ਇਨਸਾਨ, ਫਿਰ ਉਸਨੂੰ ਇਹ ਲੱਗਦਾ ਹੁੰਦਾ ਕਿ ਹਾਂ, ਇੱਕ ਡਿਪਰੈਸ਼ਨ ਦੇ ਆਪਾਂ ਗੱਲ ਕਰ ਲੈਂਦੇ ਆ। ਹਰੇਕ ਬੰਦਾ ਕਹਿੰਦਾ ਯਾਰ ਮੈਨੂੰ ਬੜਾ ਡਿਪਰੈਸ਼ਨ ਹੈ, ਬਹੁਤ ਅੱਜ ਕੱਲ੍ਹ ਤਾਂ ਇੰਨਾ ਡਿਪਰੈਸ਼ਨ ਚੱਲ ਰਿਹਾ, ਮੈਂ ਦੱਸ ਨਹੀਂ ਸਕਦਾ, ਬੜੀ ਟੈਨਸ਼ਨ ਹੈ। ਟੈਨਸ਼ਨ ਕਿਹਨੂੰ ਨਹੀਂ ਹੁੰਦੀ? ਕਿ ਛੋਟੇ ਬੱਚੇ ਨੂੰ ਵੀ ਟੈਨਸ਼ਨ ਹੁੰਦੀ ਹੈ, ਠੀਕ ਹੈ। ਜਦੋਂ ਸਕੂਲ ਤੋਂ ਉਹਨੂੰ ਪਤਾ ਹੁੰਦਾ, ਸਕੂਲ ਗਿਆ ਤਾਂ ਉਹਨੂੰ ਦੂਜੇ ਦਿਨ ਪਤਾ ਹੁੰਦਾ ਮੈਂ ਕੰਮ ਆਪਣਾ ਕਰਕੇ ਲੈ ਕੇ ਜਾਣਾ, ਉਹ ਵੀ ਇੱਕ ਤਰ੍ਹਾਂ ਦਾ ਡਿਪਰੈਸ਼ਨ ਹੈ, ਉਹਨੂੰ ਸੋਚ ਰਿਹਾ ਨਾ ਉਹ, ਹੈਨਾ। ਜਦੋਂ ਅਸੀਂ ਪੜ੍ਹਦੇ ਸੀ, ਸਾਨੂੰ ਕਿਤਾਬ ਦਿੱਤੀ ਗਈ ਸਾਈਕੋਲੋਜੀ ਦੀ, ਕਲੀਨਿਕਲ ਸਾਈਕੋਲੋਜੀ ਦੀ, ਜਦੋਂ ਅਸੀਂ ਪੜ੍ਹਨਾ ਉਹਦੇ ਬਾਰੇ, ਉਹਨਾਂ ਨੇ ਪਹਿਲਾਂ ਲਿਖਿਆ ਹੋਇਆ ਸੀ ਉਹਦੇ ਪੇਜ ਤੇ ਕਿ ਜਿੰਨੇ ਸਿੰਪਟਮ ਹੋਣਗੇ ਉਹਦੇ ਵਿੱਚੋਂ 50% ਤੁਹਾਡੇ ਦੇ ਵਿੱਚ ਹੋਣਗੇ, ਕਦੇ ਇਹ ਨਾ ਸਮਝੋ ਤੁਸੀਂ ਅਬਨੋਰਮਲ ਹੋ, ਹੈਨਾ। ਤਾਂ ਜਿਹੜੀ ਚਿੰਤਾ ਉਹ ਹਰ ਇੱਕ ਇਨਸਾਨ ਨੂੰ ਆਪਣੇ ਭਵਿੱਖ ਨੂੰ ਲੈ ਕੇ ਆ, ਕਿ ਛੋਟੇ ਤੋਂ ਲੈ ਕੇ ਵੱਡੇ ਬੱਚੇ ਨੂੰ
ਹਰ ਇੱਕ ਇਨਸਾਨ ਨੂੰ ਇੱਕ ਚਿੰਤਾ ਹੈ। ਉਹ ਚਿੰਤਾ ਦੇ ਵਿੱਚ ਜਦੋਂ ਉਲਝ ਜਾਂਦਾ ਉਹਦਾ ਜਵਾਬ ਨਹੀਂ ਮਿਲਦਾ। ਜਿੱਕਣਾ ਮੈਂ ਤੁਹਾਨੂੰ ਦੱਸ ਕੇ ਅੱਜ ਕੱਲ੍ਹ ਦਾ ਮਾਡਰਨ ਟਾਈਮ ਆ, ਹਰ ਇੱਕ ਬੰਦਾ ਆਪਣੇ ਵਿੱਚ ਬਿਜ਼ੀ ਹੋਇਆ ਚੁੱਕਿਆ। ਕਿਸੇ ਦੇ ਨਾਲ ਸਾਨੂੰ ਆਪਣੇ ਖਿਆਲਾਤ ਆਪਣੇ ਵਿਚਾਰਾਂ ਨੂੰ ਸਾਂਝੇ ਕਰਨ ਦਾ ਟਾਈਮ ਨਹੀਂ ਮਿਲਦਾ। ਤੇ ਉਸ ਟਾਈਮ ਫਿਰ ਜਦੋਂ ਸਾਨੂੰ ਮਿਲਦਾ, ਜਦੋਂ ਅਸੀਂ ਫੇਸਬੁੱਕ ਖੋਲ ਕੇ ਦੇਖਦੇ ਹਾਂ ਤਾਂ ਉਦੋਂ ਫਿਰ ਸਾਹਮਣੇ ਚੱਲ ਰਿਹਾ ਹੁੰਦਾ ਕਿ ਲਾਈਵ ਤੇ ਬਾਬਾ ਜੀ ਦੱਸ ਰਹੇ ਆ। ਫਿਰ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਆਉਂਦਾ ਵੀ ਚਲੋ ਜਾ ਕੇ ਦੇਖੀਏ, ਸ਼ਾਇਦ ਸਾਡਾ ਵੀ ਇਸ ਚੀਜ਼ ਦਾ ਹੱਲ ਨਿਕਲੇ। ਸ਼ਾਇਦ ਉਹ ਹੱਲ ਸਾਡੇ ਮਾਪਿਓ ਕੋਲ ਵੀ ਹੋ ਸਕਦਾ, ਸਾਡੇ ਕਿਸੇ ਦੋਸਤ ਮਿੱਤਰ ਕੋਲ ਵੀ ਹੋ ਸਕਦਾ ਹੈ ਨਾ। ਅੱਜ ਤੁਹਾਨੂੰ ਪੈਸਿਆਂ ਦੀ ਲੋੜ ਆ, ਮੈਨੂੰ ਪੈਸਿਆਂ ਦੀ ਲੋੜ ਆ, ਹੈ ਨਾ। ਮੈਂ ਬਾਗੇਸ਼ਵਰ ਧਾਮ ਜਾਂ ਕੋਈ ਵੀ ਧਾਮ ਮੈਂ ਨਾਮ ਲੈ ਕੇ ਕਹਿਣਾ ਨਹੀਂ ਚਾਹੁੰਦਾ, ਉੱਥੇ ਜਾ ਕੇ ਮੈਂ ਅਰਦਾਸ ਕਰ ਰਿਹਾ ਹਾਂ ਨਾ, ਤੇ ਵੀ ਮੈਨੂੰ ਪੈਸੇ ਮਿਲ ਜਾਣ। ਜੇ ਉਹੀ ਚੀਜ਼ ਮੈਂ ਤੁਹਾਡੇ ਨਾਲ ਬੈਠ ਕੇ ਗੱਲ ਕਰਨਾ ਕਿ ਹਾਂ ਮੈਨੂੰ ਉਹ ਚੀਜ਼ ਜੇ ਆਪਣੇ ਮਾਪਿਆਂ ਨਾਲ ਬਹਿ ਕੇ ਕਰ ਲਓ ਗੱਲ, ਕਿਸੇ ਨਾਲ ਵੀ ਆਪਣੇ ਦੋਸਤ ਮਿੱਤਰ ਨਾਲ, ਉਹ ਚੀਜ਼ ਤਾਂ ਉੱਥੇ ਹੱਲ ਹੋ ਸਕਦਾ। ਪਰ ਅਸੀਂ ਕਰਨਾ ਨਹੀਂ ਚਾਹੁੰਦੇ, ਕਾਰਨ ਕਿਤੇ ਨਾ ਕਿਤੇ ਸਾਡੀ ਈਗੋ ਆ ਜਾਂਦੀ ਹੈ ਕਿ ਮੈਨੂੰ ਇਹ ਨੀਵਾਂ ਨਾ ਸਮਝ ਲਵੇ। ਪਰ ਮਾਪਿਆਂ ਦੇ ਨਾਲ ਕਾਦੀ ਈਗੋ, ਕਿਉਂਕਿ ਮਾਪਿਆਂ ਨੇ ਤਾਂ ਸਾਨੂੰ ਪਾਲਿਆ ਹੁੰਦਾ। ਫਿਰ ਬੱਚੇ ਅੱਜ ਕੱਲ, ਜੇ ਮੈਂ ਨੌਜਵਾਨ ਪੀੜ੍ਹੀ ਦੀ ਗੱਲ ਕਰ ਲਾਂ, ਮਾਪਿਆਂ ਨਾਲ ਗੱਲ ਕਰਨੋਂ ਭੱਜਦੇ ਨੇ, ਪਰ ਜੇ ਕਿਤੇ ਕੋਈ ਬਾਬਾ ਦੇਖ ਲੈਣ ਉਹਦੇ ਕੋਲ ਜਾ ਕੇ ਆਪਣਾ ਦੁਖੜੇ ਰੋਂਦੇ ਨੇ। ਇਹ ਕਿਉਂ? ਜਨਰੇਸ਼ਨ ਗੈਪ ਮੈਮ ਇੱਕ ਟਰਮ ਬਹੁਤ ਟਾਈਮ ਤੋਂ ਚੱਲਦੀ ਆ ਰਹੀ ਹੈ। ਕੋਈ ਵੀ ਇੱਕ ਸਮਾਜ ਜਦੋਂ ਵਿਚਰਦਾ, ਪਹਿਲਾਂ ਵੀ ਸੱਭਿਅਤਾਵਾਂ ਹੋਈਆਂ ਹੈ ਨਾ, ਉਦੋਂ ਜਾਂ ਉਹਨਾਂ ਦੇ ਵਿਚਾਰ ਜਾਂ ਇੱਕ ਜਨਰੇਸ਼ਨ ਦੇ ਵਿਚਾਰ ਕਦੇ ਨਹੀਂ ਆਪਸ ਦੇ ਵਿੱਚ ਮਿਲਦੇ ਹੁੰਦੇ ਹੈ ਨਾ। ਜੋ ਸਾਡੇ ਮਾਪਿਓ ਸੀ ਉਹਨਾਂ ਨੇ ਕੁਝ ਉਸ ਟਾਈਮ ਦਾ ਹਾਲਾਤ ਜਦੋਂ ਦੇਖੇ, ਉਹਨਾਂ ਦੀ ਸੋਚ ਉਸ ਹਿਸਾਬ ਦੇ ਨਾਲ ਬਣੀ ਹੋਈ ਸੀ। ਅੱਜ ਦਾ ਜਦੋਂ ਟਾਈਮ ਆਇਆ, ਮਾਡਰਨ ਟੈਕਨੋਲੋਜੀ ਆਈ, ਹੁਣ ਮੇਰੇ ਫਾਦਰ ਸਾਹਿਬ ਸੀ ਹੈ ਨਾ, ਜੇ ਉਹਨਾਂ ਲਾ ਲਈਏ ਕਿ ਉਹ ਆਰਮੀ ਦੇ ਵਿੱਚ ਸੀਗੇ ਹੈ ਨਾ, ਤੇ ਉਹਨਾਂ ਨੇ ਬੜੀ ਦੁਨੀਆ ਘੁੰਮ ਕੇ ਦੇਖੀ, ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਗਏ ਆ ਉਹ ਹੈ ਨਾ। ਉਸ ਟਾਈਮ ਉਹਨਾਂ ਦਾ ਜਿਹੜੀ ਇੱਕ ਮਾਈਂਡ ਦੇ ਵਿੱਚ ਥਾਟ ਸੀ, ਸ਼ੁਰੂ ਦੇ ਵਿੱਚ ਉਹਨਾਂ ਦੇ ਬੜਾ ਮਨ ਦੇ ਵਿੱਚ ਸੀ ਕਿ ਮੈਂ ਤੁਹਾਨੂੰ ਇੱਕ ਆਰਮੀ ਆਫੀਸਰ ਬਣਾਉਣਾ ਸ਼ੁਰੂ ਦੇ ਵਿੱਚ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਹਾਂ ਇੱਕ ਜਿਹੜੀ ਆਰਮੀ ਦੀ ਲਾਈਫ ਆ ਉਹ ਬੜੀ ਵਧੀਆ, ਬਹੁਤ ਸੋਹਣੀ ਲਾਈਫ ਆ ਹੈ ਨਾ। ਤੇ ਉਹਨਾਂ ਨੇ ਮੈਨੂੰ ਪ੍ਰੈਸ਼ਰਾਈਜ਼ ਨਹੀਂ ਕਹਿ ਸਕਦਾ, ਤੇ ਮੇਰੇ ਨੂੰ ਹਮੇਸ਼ਾ ਕਹਿੰਦੇ ਰਹੇ ਕਿ ਹਾਂ ਤੈਨੂੰ ਮੈਂ ਆਫੀਸਰ ਬਣਾਉਣਾ ਇਦਾਂ ਦਾ ਹੈ ਨਾ। ਪਰ ਮੇਰੇ ਵਿਚਾਰ ਹਮੇਸ਼ਾ ਸ਼ੁਰੂ ਤੋਂ ਕੁਝ ਅਲੱਗ ਤਰੀਕੇ ਨਾਲ ਚੱਲ ਰਹੇ ਸੀ ਹੈ ਨਾ। ਮੈਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਹਾਂ ਉਹਨਾਂ ਦੇ ਪੂਰੇ ਨਹੀਂ ਕੀਤੇ, ਜਿੱਥੇ ਤੱਕ ਮੈਂ ਕੋਸ਼ਿਸ਼ ਕਰ ਸਕਿਆ ਉਧਰ ਉਹ ਲਾਈਨ ਤੇ ਵੀ ਮੈਂ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਦੋਂ ਮੈਂ ਸਾਈਕੋਲੋਜੀ ਦੀ ਗੱਲ ਕਰਦਾ, ਜਦੋਂ ਸਾਈਕੋਲੋਜੀ ਪੜ੍ਹਨ ਗਏ ਤਾਂ ਮੈਨੂੰ ਵੀ ਨਹੀਂ ਸੀ ਪਹਿਲਾਂ ਪਤਾ ਕਿ ਸਾਈਕੋਲੋਜੀ ਕੀ ਹੈ ਨਾ। ਤੇ ਜਦੋਂ ਕਾਲਜ ਦੇ ਵਿੱਚ ਸਬਜੈਕਟ ਨੂੰ ਚੂਜ਼ ਕਰਨਾ ਸੀ ਤਾਂ ਉਦੋਂ ਇੱਕ ਟੀਚਰ ਮਿਲੇ ਸੀ, ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਬੇਟੇ ਸਾਈਕੋਲੋਜੀ ਲੈ ਲਓ, ਇਹਦਾ ਬੜਾ ਸਕੋਪ ਆ ਹੈ ਨਾ। ਉਦੋਂ ਨਹੀਂ ਸੀ ਮੈਨੂੰ ਲੱਗਦਾ ਕਿ ਹਾਂ ਇਹਦਾ ਸਕੋਪ, ਮੈਨੂੰ ਨਹੀਂ ਸੀ ਪਤਾ ਕਿ ਸਕੋਪ ਕੀ ਹੋਊਗਾ ਜਾਂ ਕੀ ਨਹੀਂ ਹੋਊਗਾ। ਜਦੋਂ ਪਹਿਲੀ ਵਾਰੀ ਕਿਤਾਬਾਂ ਪੜ੍ਹੀਆਂ, ਪਰਸਨੈਲਿਟੀ ਚੈਪਟਰ ਪੜ੍ਹਿਆ, ਲਰਨਿੰਗ ਪੜ੍ਹਿਆ, ਉਹ ਚੀਜ਼ਾਂ ਨੂੰ ਦੇਖਿਆ ਇੱਕ ਰੋਜ਼ ਆਮ ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲਦੀਆਂ ਸੀ ਉਹ ਸਟੱਡੀ ਸੀ। ਜਦੋਂ ਮੈਂ ਡੈਫੀਨੇਸ਼ਨ ਦੀ ਗੱਲ ਕਰੀਏ ਕਿ ਹਿਊਮਨ ਬਿਹੇਵੀਅਰ, ਉਹ ਬੜਾ ਵਧੀਆ ਲੱਗਦਾ ਇੱਕ ਇਨਸਾਨ ਦੇ ਬਿਹੇਵੀਅਰ ਨੂੰ ਸਟੱਡੀ ਕਰਨਾ। ਮੈਂ ਤੁਹਾਨੂੰ ਦੱਸਦਾ ਕਿ ਹਾਂ ਤੁਸੀਂ ਮੇਰੇ ਕੋਲ ਆਉਂਦੇ ਹੋ, ਮੈਂ ਕਈ ਹੁੰਦੇ ਆ ਪਰਸਨ ਤੁਹਾਡੀ ਲੁੱਕ ਤੋਂ ਤੁਹਾਨੂੰ ਜੱਜ ਕਰਨ ਦੀ ਕੋਸ਼ਿਸ਼ ਕਰਦੇ ਆ, ਕਈ ਤੁਹਾਡੇ ਹਾਵ ਭਾਵ ਤੋਂ ਜੱਜ ਕਰਨ ਦੀ ਕੋਸ਼ਿਸ਼ ਕਰਦੇ ਆ, ਕਈ ਸਾਡੇ ਕੁਆਲੀਫਿਕੇਸ਼ਨ ਤੋਂ ਸਾਨੂੰ ਜੱਜ ਕਰਨ ਦੀ। ਉਹ ਕੀ ਹੁੰਦੀ ਹੈ ਕਿ ਇੱਕ ਪਰਸਨ ਦੀ ਸੋਚ ਹੁੰਦੀ ਹੈ ਨਾ। ਉਹ ਸੋਚ ਜਿੰਨੀ ਉਹ ਸੋਚ ਦੇ ਦਾਇਰੇ ਦੇ ਵਿੱਚ ਰਹਿੰਦਾ ਇਨਸਾਨ ਹੈ ਨਾ, ਉਹ ਉਸ ਹਿਸਾਬ ਨਾਲ ਸੋਚਦਾ। ਤੁਸੀਂ ਅੱਜ ਐਂਕਰ ਹੁੰਦੇ ਹੋ, ਤੁਹਾਡੀ ਇੱਕ ਸਕੋਪ ਆ ਜਿਹੜਾ ਸੋਚ ਦਾ ਦਾਇਰਾ ਬਹੁਤ ਵੱਡਾ। ਤੁਸੀਂ ਕਿੰਨੇ ਪਰਸਨ ਨੂੰ ਮਿਲਦੇ ਹੋ ਹੈ ਨਾ, ਪੋਲੀਟੀਸ਼ੀਅਨਸ ਨੂੰ ਤੁਸੀਂ ਮਿਲਦੇ ਹੋ, ਰਿਲੀਜੀਅਸ ਪਰਸਨਸ ਨੂੰ ਤੁਸੀਂ ਮਿਲਦੇ ਹੋ, ਈਵਨ ਇੱਥੋਂ ਤੱਕ ਤੁਸੀਂ ਕ੍ਰਾਈਮ ਨੂੰ ਵੀ ਕਵਰ ਕਰਦੇ ਹੋ, ਕ੍ਰਿਮੀਨਲਸ। ਤੁਹਾਨੂੰ ਖੁਦ ਪਤਾ ਹੁੰਦਾ ਕਿ ਹਾਂ ਸਾਹਮਣੇ ਵਾਲੇ ਪਰਸਨ ਤੋਂ ਕਿੱਦਾਂ ਦੇ ਕੁਐਸਚਨ ਪੁੱਟ ਕਰਨੇ ਆ ਮੈਂ ਹੈ ਨਾ। ਇੱਕ ਰਿਲੀਜੀਅਸ ਗੁਰੂ ਨੂੰ ਤੁਸੀਂ ਮੈਡੀਕਲ ਦੇ ਕੁਐਸਚਨ ਨਹੀਂ ਪੁੱਟ ਕਰਦੇ, ਕਾਰਨ ਉਹਦਾ ਇਹ ਹੁੰਦਾ ਕਿ ਸਾਨੂੰ ਪਤਾ ਅਸੀਂ ਇੱਕ ਜੱਜਮੈਂਟ ਉਹ ਲੋਕਾਂ ਦੇ ਪ੍ਰਤੀ ਦੇ ਚੁੱਕੇ ਹਾਂ ਕਿ ਹਾਂ ਇੱਕ ਡਿਫਰੈਂਸ਼ੀਏਟ ਕਰ ਚੁੱਕੀ ਹੈ ਸੋਸਾਇਟੀ ਹੈ ਨਾ, ਵੀ ਹਾਂ ਕਿਹੜਾ ਪਰਸਨ ਨੂੰ ਇਹਨੂੰ ਕਿੱਥੇ ਤੱਕ ਕਿਵੇਂ ਡੀਲ ਕਰਨਾ ਜੀ। ਜਿਹੜੀ ਗੱਲ ਆ ਆਪਾਂ ਕੁਐਸਚਨ ਸੀਗਾ ਕਿ ਜਨਰੇਸ਼ਨ ਗੈਪ ਆ ਜਿਹੜਾ, ਗੱਲਬਾਤ ਕਿਉਂ ਨਹੀਂ ਕਰ ਪਾਉਂਦੇ ਹੈ ਨਾ, ਉਹਦਾ ਕਾਰਨ ਜਿਹੜਾ ਅੱਜ ਦਾ ਥੋੜਾ ਜਿਹਾ ਮਾਡਰਨ ਵੈਸਟਰਨ ਕਲਚਰ ਨੂੰ ਅਸੀਂ ਅਪਣਾ ਤਾਂ ਲਿਆ ਹੈ ਨਾ। ਵਧੀਆ ਕੱਪੜੇ ਪਾਉਣ ਲੱਗ ਗਏ ਹੈ ਨਾ, ਉੱਦਾਂ ਦਾ ਉਹਨਾਂ ਦਾ ਫਾਦਰ ਡੇ ਵੀ ਮਨਾਉਣ ਲੱਗੇ, ਮਦਰ ਡੇ ਵੀ ਮਨਾਉਣ ਲੱਗੇ। ਪਰ ਕੁਝ ਕੁ ਕਲਚਰ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ, ਜਿਹੜਾ ਸਾਡਾ ਕਲਚਰ ਸੀ, ਸਾਡਾ ਕੁਝ ਹੋਰ ਤਰੀਕੇ ਦਾ ਕਲਚਰ ਸੀ ਉਹਨਾਂ ਦਾ, ਅਸੀਂ ਜਿਸ ਨੂੰ ਅਡਾਪਟ ਕਰਦੇ ਹਾਂ ਨਾ, ਕੋਈ ਵੀ ਚੀਜ਼ ਅਡਾਪਟ ਕਰੀਏ ਉਹ ਸ਼ੁਰੂ ਦੇ ਵਿੱਚ ਉਹਦੇ ਵਿੱਚ ਕੁਝ ਨਾ ਖਾਮੀਆਂ ਰਹਿ ਜਾਂਦੀਆਂ ਹੁੰਦੀਆਂ, ਪੂਰੀ ਤਰ੍ਹਾਂ ਅਡਾਪਟ ਨਹੀਂ ਕਰ ਪਾਉਂਦੇ ਹੈ ਨਾ। ਇਹੀ ਚੀਜ਼ ਹੋਈ ਸਾਡੇ ਨਾਲ, ਅਸੀਂ ਅਡਾਪਟ ਤਾਂ ਕਰ ਲਿਆ, ਸਮਾਰਟਫੋਨ ਤਾਂ ਲੈ ਲਈ। ਅੱਜ ਆਈਫੋਨ ਦੇ ਵਿੱਚ ਇੰਨੇ ਕੁ ਫੀਚਰ ਨੇ ਜਿਹੜੇ ਇੱਕ ਆਮ ਇਨਸਾਨ ਨੂੰ ਪਤਾ ਨਹੀਂ ਹੁੰਦੇ, ਬਿਲਕੁਲ ਯੂਜ਼ ਨਹੀਂ ਕਰ ਸਕਦਾ, ਪਰ ਆਈਫੋਨ ਤਾਂ ਹਰ ਇੱਕ ਕੋਲ ਆ। ਤੇ ਜਿਹੜੇ ਲੋਕ ਨੇ ਇਹ ਬਾਬਿਆਂ ਦੇ ਕੋਲ ਜਾਂਦੇ ਨੇ ਆਪਣਾ ਭਵਿੱਖ ਜਾਣਨ ਦੇ ਲਈ ਜਾਂ ਆਪਣਾ ਅੱਜ ਹੀ ਜਾਣਨ ਦੇ ਲਈ ਕਿ ਅੱਜ ਉਹਨਾਂ ਨਾਲ ਕੀ ਹੋਣਾ ਹੈ, ਮੇਰਾ ਕੰਮ ਨਹੀਂ ਬਣ ਰਿਹਾ, ਜਾਣ ਵਾਲੇ ਕਮਜ਼ੋਰ ਨੇ ਜਾਂ ਫਿਰ ਬੁਲਾਉਣ ਵਾਲੇ ਜ਼ਿਆਦਾ ਸ਼ਕਤੀਸ਼ਾਲੀ ਨੇ? ਇਹਦੇ ਵਿੱਚ ਜਦੋਂ ਆਪਾਂ ਕਿਸੇ ਦੀ ਗੱਲ ਕਰਦੇ ਹਾਂ, ਹਰ ਇੱਕ ਤੁਸੀਂ ਹੋ, ਜਦੋਂ ਤੁਸੀਂ ਸ਼ੁਰੂ ਦੇ ਵਿੱਚ ਕਲਾਸ ਦੇ ਵਿੱਚ ਆਪਣੇ ਦੇਖਿਆ ਹੋਣਾ, ਹਰ ਇੱਕ ਤਰ੍ਹਾਂ ਦਾ ਬੱਚਾ ਸੀ। ਜਦੋਂ ਅਸੀਂ ਕਲਾਸ ਦੇ ਵਿੱਚ ਜਾਂਦੇ ਸੀ, ਉਹਦੇ ਵਿੱਚ ਕੁਝ ਇੰਟੈਲੀਜੈਂਟ ਪਰਸਨ ਸੀ, ਕੁਝ ਸ਼ਰਾਰਤੀ ਬੱਚੇ ਸੀ ਹੈ ਨਾ, ਕੁਝ ਇੱਦਾਂ ਦੇ ਪਰਸਨ ਸੀ ਜਿਹੜੇ ਬਿਲਕੁਲ ਸ਼ਾਂਤ ਰਹਿੰਦੇ ਸੀ ਹੈ ਨਾ। ਪਰ ਟੀਚਰ ਜਦੋਂ ਦੇਖਦਾ ਸੀ, ਉਹ ਕਈ ਬੱਚੇ ਇਹੋ ਜਿਹੇ ਸੀ ਕਿ ਉਹ ਪੜ੍ਹ ਕੇ ਨਹੀਂ, ਉਹ ਆਪਣੀ ਸ਼ਰਾਰਤਾਂ ਦੇ ਥਰੂ ਕਿਸੇ ਤਰੀਕੇ ਨਾਲ ਅਟਰੈਕਸ਼ਨ ਭਾਲਦੇ ਸੀ ਹੈ ਨਾ। ਜਿਹਨੂੰ ਆਪਾਂ ਕਹਿੰਦੇ ਆ ਕਿ
ਅਟੈਂਸ਼ਨ ਸੀਕਿੰਗ ਬਿਹੇਵੀਅਰ ਉਹ ਹਰ ਇੱਕ ਪਰਸਨ ਦੇ ਵਿੱਚ ਹੁੰਦਾ ਹੈ ਨਾ। ਅਸੀਂ ਹਰ ਇੱਕ ਪਰਸਨ ਅਟੈਂਸ਼ਨ ਸੀਕ ਕਰਨੀ ਚਾਹੁੰਦਾ। ਜਦੋਂ ਆਪਾਂ ਸੋ ਕਾਲਡ ਬਾਬਿਆਂ ਦੀ ਗੱਲ ਕਰੀਏ, ਉਹਨਾਂ ਦਾ ਜਿਹੜਾ ਮੋਟਿਵ ਆ, ਉਹਨਾਂ ਦਾ ਵੀ ਮੋਟਿਵ ਫੇਮ ਲੈਣਾ, ਠੀਕ ਹੈ। ਸਾਡਾ ਜਿਹੜਾ ਮੋਟਿਵ ਆ, ਅਸੀਂ ਸਕਸੈਸ ਲੈਣੀ ਆ। ਇੱਕ ਪਰਸਨ ਨੇ ਸਕਸੈਸਫੁਲ ਹੋਣਾ ਹੁੰਦਾ। ਇੱਕ ਪੜ੍ਹਿਆ ਲਿਖਿਆ ਪਰਸਨ ਦੇਖੂਗਾ ਕਿ ਮੈਂ ਸਕਸੈਸਫੁਲ ਕਿਵੇਂ ਹੋਣਾ। ਇੱਕ ਅਨਪੜ੍ਹ ਨੇ ਵੀ ਸਕਸੈਸਫੁਲ ਹੋਣਾ ਹੁੰਦਾ। ਉਹਨਾਂ ਦੇ ਦੋਨਾਂ ਦੇ ਡਿਫਰੈਂਟ ਵੇ ਹੁੰਦੇ ਆ। ਇੱਕ ਨੇ ਚੋਰੀ ਕਰਕੇ ਵੀ 1 ਕਰੋੜ ਰੁਪਇਆ ਕਮਾ ਲੈਣਾ, ਇੱਕ ਨੇ ਮਿਹਨਤ ਕਰਕੇ ਵੀ 1 ਕਰੋੜ ਰੁਪਇਆ ਕਮਾ ਲੈਣਾ। ਉਹ ਗੱਲ ਹੁੰਦੀ ਉਹਦੀ ਪਰਸੈਪਸ਼ਨ ਦੀ, ਕਿਵੇਂ ਸੋਚ ਰਿਹਾ ਹੈ ਨਾ, ਉਹ ਕਿਹੜੇ ਰਸਤੇ ਤੇ ਜਾ ਰਹੇ ਆ। ਜਿਹੜੇ ਬੁਲਾਉਣ ਵਾਲੇ ਆ ਕਮਜ਼ੋਰ ਉਹ ਵੀ ਨਹੀਂ ਹੈ, ਕਿ ਜਾਣ ਵਾਲੇ ਕਮਜ਼ੋਰ ਉਹ ਵੀ ਨਹੀਂ। ਕਿਹੜਾ ਇਨਸਾਨ ਆ, ਮੈਂ ਖੁਦ ਕਹਿਣਾ ਕਿ ਤੁਸੀਂ, ਮੈਂ ਖੁਦ, ਕੌਣ ਨਹੀਂ ਸਕਸੈਸਫੁਲ ਹੋਣਾ ਚਾਹੁੰਦਾ। ਚਾਹੇ ਕੋਈ ਗਰੀਬ ਦਾ ਬੱਚਾ, ਚਾਹੇ ਕੋਈ ਅਮੀਰ ਦਾ ਬੱਚਾ, ਹਰ ਇੱਕ ਦਾ ਸੁਪਨਾ ਹੁੰਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇਨਸਾਨ ਬਣਾ, ਹਨਾ, ਮੇਰੇ ਕੋਲ ਫੇਮ, ਪੈਸਾ, ਦੌਲਤ ਸਭ ਕੁਝ ਹੋਵੇ, ਹਨਾ। ਜਦ ਕਿ ਉਹਨੂੰ ਕਈ ਵਾਰੀ ਬੰਦੇ ਨੂੰ ਪਤਾ ਹੁੰਦਾ ਵੀ ਇਹ ਹਾਲਾਤਾਂ ਤੱਕ ਮੈਂ ਕਿਵੇਂ ਪਹੁੰਚਣਾ। ਜਦੋਂ ਕਿਸੇ ਕ੍ਰਿਮੀਨਲ ਦਾ ਤੁਸੀਂ ਸ਼ੂਟ ਕਰਕੇ ਦੇਖਿਆ ਹੋਣਾ, ਜਦੋਂ ਸੁਣਦੇ ਆ ਤਾਂ ਉਹ ਕਹਿੰਦਾ ਸੀ ਮੇਰੇ ਤੇ ਕਿ ਸ਼ੁਰੂ ਦੇ ਵਿੱਚ ਉਹ ਸੀਗੀ ਮਨ ਦੇ ਵਿੱਚ ਭਾਵਨਾ ਸੀ ਕਿ ਮੈਂ ਫੇਮਸ ਹੋਣਾ। ਉਹਨੂੰ ਪਤਾ ਨਹੀਂ ਲੱਗਿਆ ਮੈਂ ਕਿੱਧਰ ਨੂੰ ਫੇਮਸ ਹੋਣਾ, ਤਾਂ ਉਹਨੇ ਉਹ ਰਸਤਾ ਅਪਣਾ ਲਿਆ। ਤਾਂ ਬਾਬਿਆਂ ਨੂੰ, ਜਦੋਂ ਆਪਾਂ ਬਾਬਿਆਂ ਦੀ ਗੱਲ ਕਰਦੇ ਆ, ਤਾਂ ਫੇਮਸ ਤਾਂ ਉਹਨਾਂ ਨੇ ਵੀ ਹੋਣਾ ਜੀ, ਹਨਾ। ਕਿੰਨੇ ਬਾਬੇ ਬੈਠੇ ਆ, ਜਰਨਲਿਸਟ ਤਾਂ ਕਿੰਨੇ ਆ। ਕੁਝ ਕੁ ਤੁਹਾਡੇ ਸਕਿੱਲ ਹੋਣਗੇ, ਤੁਸੀਂ ਉਹਨਾਂ ਸਕਿੱਲਸ ਦੇ ਬਦੌਲਤ ਅੱਗੇ ਆ ਕੇ ਉਹ ਚੀਜ਼ ਨੂੰ, ਆਪਣੇ ਨਾਮ ਨੂੰ, ਇਸ ਤਰ੍ਹਾਂ ਬਾਬੇ ਆ ਉਹਨਾਂ ਨੇ ਬਣਾਉਣਾ। ਫਿਰ ਉਹ ਚਮਤਕਾਰ ਕਰਦੇ ਆ, ਹਨਾ। ਜੇ ਚਮਤਕਾਰ ਦੀ ਗੱਲ ਮੈਂ ਤੁਹਾਨੂੰ ਦੱਸਾਂ, ਸਭ ਤੋਂ ਚਮਤਕਾਰੀ ਜਿਹੜੀ ਚੀਜ਼ ਆ ਉਹ ਕੁਦਰਤ ਆ, ਨੇਚਰ, ਹਨਾ। ਮੈਂ ਦਿਖਾਉਂਦਾ, ਤੁਸੀਂ ਆਪਣੇ ਘਰ ਐਕਸਪੈਰੀਮੈਂਟ ਕਰਕੇ ਦੇਖ ਲਓ। ਇੱਕ ਮਿੱਟੀ ਲੈ ਲਿਓ, ਇੱਕ ਜਗ੍ਹਾ ਉਹੀ ਸੇਮ ਮਿੱਟੀ ਦੇ ਵਿੱਚ ਇੱਕ ਜਗ੍ਹਾ ਅੰਬ ਲਗਾ ਦਿਓ, ਇੱਕ ਜਗ੍ਹਾ ਇਮਲੀ ਲਗਾ ਲਿਓ। ਮਿੱਟੀ ਸੇਮ ਆ, ਇੱਕ ਜਗ੍ਹਾ ਮਿੱਠੇ ਫਲ ਲੱਗਣਗੇ, ਇੱਕ ਜਗ੍ਹਾ ਕੌੜੇ। ਫਿਰ ਤੁਸੀਂ ਆਪ ਦੱਸੋ ਵੀ ਹਾਂ ਉਹਦੇ ਵਿੱਚ ਕੀ ਆ, ਕੁਦਰਤ ਨੇ ਕੀਤਾ ਹੋਇਆ। ਉਹ ਨੇਚਰ, ਫਰੂਟ ਦੀ ਨੇਚਰ ਨਹੀਂ, ਉਹ ਇੱਕ ਕੁਦਰਤ ਖੇਡ ਰਹੀ ਹੈ। ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕਿ ਹਾਂ ਯਾਰ ਬਾਰਿਸ਼ਾਂ ਕਿਉਂ ਹੋ ਰਹੀਆਂ, ਹੈਨਾ, ਵੀ ਹਵਾ ਕਿਉਂ ਚੱਲ ਰਹੀ ਆ ਜਾਂ ਕਿਵੇਂ। ਉਹ ਇਹ ਇੱਕ ਕੀ ਆ, ਨੈਚੁਰਲ ਪ੍ਰੋਸੈਸ ਆ। ਕੁਦਰਤ ਨੂੰ ਪਤਾ ਹੁੰਦਾ ਕਿ ਸਾਡੇ ਲਈ ਕੀ ਸਹੀ ਹੈ ਜਾਂ ਕੀ ਨਹੀਂ। ਮੈਂ ਕਦੇ ਨਹੀਂ ਡਿਨਾਈ ਕਰਦਾ ਕਿ ਹਾਂ ਗੋਡ ਜਾਂ ਨੇਚਰ ਐਗਜ਼ਿਸਟ ਨਹੀਂ ਕਰਦੀ। ਮੈਂ ਗੋਡ ਨਾਲੋਂ ਜ਼ਿਆਦਾ ਨੇਚਰ ਨੂੰ ਪ੍ਰੈਫਰੈਂਸ ਦਿੰਦਾ ਕਿ ਨੇਚਰ ਆ, ਇਹ ਚਮਤਕਾਰ ਕਰਦੀ ਆ। ਇਹ ਜਦੋਂ ਚਮਤਕਾਰ ਕਰਦੀ ਹੈ ਫਿਰ ਇਨਸਾਨ ਨੂੰ ਖੁਦ ਨਹੀਂ ਪਤਾ ਚੱਲਦਾ, ਹਨਾ। ਇੱਕ ਛੋਟੇ ਜਿਹੇ ਬੀਜ ਤੋਂ ਕਿੱਡਾ ਵੱਡਾ ਦਰਖਤ ਬਣਾ ਦਿੰਦੀ ਹੈ। ਇਹ ਚਮਤਕਾਰ ਨਹੀਂ ਸਮਝਦੇ। ਆਪਾਂ ਲੋਕਾਂ ਦੀ ਗੱਲ ਕਰ ਰਹੇ ਹਾਂ, ਆਮ ਲੋਕਾਂ ਨੂੰ ਇੱਕ ਪਾਸੇ ਕਰਕੇ, ਜੇ ਆਪਾਂ ਮਸ਼ਹੂਰ ਸੈਲੀਬ੍ਰਿਟੀਜ਼ ਦੀ ਗੱਲ ਕਰ ਲਈਏ, ਰਾਜਨੀਤਿਕ ਆਗੂਆਂ ਦੀ ਗੱਲ ਕਰ ਲਈਏ, ਇਹ ਵੀ ਜਾਂਦੇ ਨੇ ਬਾਬਿਆਂ ਦੇ ਕੋਲ। ਇਹਨਾਂ ਨੂੰ ਕੀ ਲੋੜ ਹੈ? ਕਦੇ ਇੱਕ ਇਨਸਾਨ ਆ, ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੀ ਇੱਕ ਛੋਟੀ ਜਿਹੀ ਡਿਮਾਂਡ ਹੁੰਦੀ ਕਿ ਸਾਨੂੰ ਚਾਕਲੇਟ ਮਿਲ ਜਾਵੇ ਜਾਂ ਟੌਫੀ ਮਿਲ ਜਾਵੇ। ਉਸ ਤੋਂ ਬਾਅਦ ਸਾਡੀਆਂ ਡਿਮਾਂਡਸ ਵੱਧਦੀਆਂ ਚਲੇ ਗਈਆਂ। ਸਾਈਕਲ ਤੋਂ ਮੋਟਰਸਾਈਕਲ ਤੇ ਆ ਗਏ, ਮੋਟਰਸਾਈਕਲ ਤੋਂ ਕਾਰ ਤੇ ਆ ਗਏ, ਕਾਰ ਤੋਂ ਫਿਰ ਅਸੀਂ ਜਹਾਜ਼ਾਂ ਵੱਲ ਚਲੇ ਗਏ। ਹੁਣ ਜਿਹੜਾ ਸੈਲੀਬ੍ਰਿਟੀ ਜਿਹਦੀ ਇੱਕ ਫਿਲਮ ਹਿੱਟ ਹੋ ਜਾਂਦੀ ਆ, ਮੰਨ ਲਓ, ਹਨਾ, ਉਹ ਇੱਕ ਕਾਰ ਦੇ ਬਰਾਬਰ ਤਾਂ ਹੋ ਜਾਂਦਾ। ਪਰ ਜਦੋਂ ਫਿਰ ਵੱਡੇ ਸੈਲੀਬ੍ਰਿਟੀ ਨੂੰ ਦੇਖਦਾ ਕਿ ਹਾਂ ਉਹਦਾ ਤਾਂ ਆਪਣਾ ਪਰਸਨਲ ਪਲੇਨ ਵੀ ਹੈ, ਹਨਾ, ਤਾਂ ਫਿਰ ਉਹ ਸੋਚਦਾ ਵੀ ਹੁਣ ਉੱਥੇ ਤੱਕ ਕਿਵੇਂ ਪਹੁੰਚਣਾ, ਹਨਾ। ਬਿਲਕੁਲ। ਹੁਣ ਮੈਂ ਇੱਕ ਸੋ ਕਾਲਡ ਐਕਟਰ ਦੀ ਗੱਲ ਕਰਦਾ, ਅਕਸ਼ੇ ਕੁਮਾਰ, ਹਨਾ। ਉਹ ਫਿਲਮਾਂ 1 ਸਾਲ ਦੇ ਵਿੱਚ 7 ਤੋਂ 8 9 ਫਿਲਮਾਂ ਵੀ ਦੇ ਦਿੰਦੇ ਆ, ਹਨਾ। ਤੇ ਜਦੋਂ ਉਹਨਾਂ ਦੀ ਗੱਲ ਕਰਦੇ ਆ, ਉਹਨਾਂ ਦਾ ਲਾਈਫ ਸਟਾਈਲ, ਹਰ ਇੱਕ ਉਹਨਾਂ ਨੂੰ ਪੁੱਛਦਾ ਕਿ ਹਾਂ ਤੁਹਾਡਾ ਬੈਂਕ ਬੈਲੈਂਸ ਆ ਜੀ, ਤੁਹਾਡਾ ਆਪਣਾ ਬੈਂਕ ਆ ਜੀ, ਤੁਹਾਡੇ ਕੋਲ ਆਪਣਾ ਪਲੇਨ ਆ ਜੀ। ਹੁਣ ਇੱਕ ਸਟਰਗਲਿੰਗ ਐਕਟਰ ਆ, ਜਦੋਂ ਉਹਦੀ ਗੱਲ ਕਰਦੇ ਆ, ਜਦੋਂ ਉਹ ਦੇਖਦਾ ਉਹ ਵੀ ਅਕਸ਼ੇ ਕੁਮਾਰ ਬਣਨਾ ਚਾਹੁੰਦਾ, ਹਨਾ। ਇੱਕ ਫਿਲਮ ਤਾਂ ਹਿੱਟ ਦੇ ਲੈਂਦਾ, ਅਗਲੀਆਂ ਕਿਵੇਂ ਦੇਣੀਆਂ, ਹਨਾ। ਜਿਹੜੀ ਸਕਸੈਸ ਹੁੰਦੀ ਹੈ ਨਾ, ਸਾਨੂੰ ਵੈਸੇ ਹੀ ਦਿਖਦੀ ਹੁੰਦੀ ਹੈ। ਇਹਦੇ ਪਿੱਛੇ ਬਹੁਤ ਚੀਜ਼ਾਂ ਕੰਮ ਕਰਦੇ ਨੇ। ਇੱਕ ਦਿਨ ਦੇ ਵਿੱਚ ਕਦੇ ਸਕਸੈਸ ਨਹੀਂ ਮਿਲਦੀ। ਇਹੀ ਪਰਸਨ ਜਦੋਂ ਫਿਰ ਉਹ ਉਹਨਾਂ ਦੇ ਮਨ ਦੇ ਵਿੱਚ ਜਦੋਂ ਵਿਚਾਰ ਚੱਲਦੇ ਨਾ ਕਿ ਅਸੀਂ ਹੋਰ ਸਕਸੈਸ ਕਿਵੇਂ ਲੈਣੀ ਹੈ, ਫਿਰ ਜਿੱਦਾਂ ਤੁਸੀਂ ਮੈਨੂੰ ਦੱਸਤਾ ਕਿ ਹਾਂਜੀ ਫਲਾਣੀ ਜਗ੍ਹਾ ਫਲਾਣੇ ਬਾਬਾ ਜੀ ਆ, ਉੱਥੇ ਅਕਸ਼ੇ ਕੁਮਾਰ ਮੱਥਾ ਟੇਕਣ ਗਿਆ ਸੀ ਇੱਕ ਵਾਰੀ, ਤੂੰ ਮੱਥਾ ਟੇਕਿਆ ਉੱਥੇ ਚਾਦਰ ਚੜਾ ਕੇ ਆਏ ਆ, ਤੂੰ ਚਾਦਰ ਚੜਾਇਆ। ਉਹ ਕੀ ਹੁੰਦਾ ਕਿ ਕਿਤੇ ਨਾ ਕਿਤੇ ਜਦੋਂ ਅਸੀਂ ਆਪਣੀ ਇੱਕ ਅਨਸਕਸੈਸਫੁਲ ਥਾਟਸ ਨੂੰ ਸਕਸੈਸਫੁਲ ਵੱਲ ਲੈ ਕੇ ਜਾਣਾ, ਉਹਦੇ ਲਈ ਵੀ ਸਾਨੂੰ ਜਿੱਕਣਾ ਕਹਿੰਦੇ ਕਿ ਉੱਠ ਕੇ ਜਦੋਂ ਅਸੀਂ ਕਿਤੇ ਜਗ੍ਹਾ ਜਾਣਾ ਤਾਂ ਸਾਨੂੰ ਰਸਤਾ ਤਾਂ ਕਵਰ ਕਰਨਾ ਪੈਂਦਾ ਨਾ। ਉਹਨੂੰ ਲੱਗਦਾ ਸ਼ਾਇਦ ਇਹ ਰਸਤਾ। ਜਦੋਂ ਅਸੀਂ ਬਾਬਿਆਂ ਕੋਲ ਜਾਂਦੇ ਹਾਂ ਤਾਂ ਸਾਨੂੰ ਲੱਗਦਾ ਕਿ ਇੱਕ ਰਸਤਾ, ਸ਼ਾਇਦ ਇਸ ਦੇ ਥਰੂ ਵੀ ਅਸੀਂ ਕਾਮਯਾਬ ਹੋ ਸਕਦੇ ਹਾਂ। ਇਸੇ ਕਾਰਨ ਜਦੋਂ ਤੁਸੀਂ ਆਪਾਂ ਸੈਲੀਬ੍ਰਿਟੀਜ਼ ਦਾ, ਨੇਤਾ ਦੀ ਗੱਲ ਕਰਦੇ ਹਾਂ, ਹੁਣ ਕੀ ਹੁੰਦਾ, ਇੱਕ ਨੇਤਾ ਕਿੱਥੋਂ ਸ਼ੁਰੂ ਕਰਦਾ? ਕਾਉਂਸਲਰ ਤੋਂ ਸ਼ੁਰੂ ਕਰਦਾ ਕੰਮ, ਜਾਂ ਪਿੰਡ ਦੇ ਸਰਪੰਚ ਤੋਂ ਸ਼ੁਰੂ ਕਰਦਾ। ਫਿਰ ਜਦੋਂ ਹੌਲੀ ਹੌਲੀ ਉਹਨੇ ਬਲਾਕ ਦੇ ਵਿੱਚ ਜਾਣਾ ਹੁੰਦਾ, ਬਲਾਕ ਸੰਮਤੀ ਤੋਂ ਬਾਅਦ ਉਹ ਜ਼ਿਲ੍ਹੇ ਦੇ ਵਿੱਚ ਜਾਂਦਾ, ਜ਼ਿਲ੍ਹੇ ਤੋਂ ਬਾਅਦ ਉਸਨੂੰ ਹੁੰਦਾ ਹੈ ਕਿ ਹਾਂ ਮੈਂ ਆਪਣੇ ਹਲਕੇ ਦੇ ਵਿੱਚ ਜਾਵਾਂ, ਐਮਐਲਏ ਬਣਾ। ਫਿਰ ਐਮਐਲਏ ਤੋਂ ਬਾਅਦ ਉਹ ਦੇਖਦਾ ਕਿ ਹਾਂ ਯਾਰ ਮੰਤਰੀ ਦੀ ਬੜੀ ਚੜ੍ਹਾਈ ਹੈ। ਫਿਰ ਮੰਤਰੀ, ਜਦੋਂ ਮੰਤਰੀ ਨੂੰ ਦੇਖਦਾ ਕਹਿੰਦਾ ਮੁੱਖ ਮੰਤਰੀ ਤਾਂ ਇਹ ਤੋਂ ਬਹੁਤ ਜ਼ਿਆਦਾ ਉੱਪਰ ਆ, ਹੈਨਾ। ਉਹ ਜਦੋਂ ਉਹ ਸਕਸੈਸ ਪਾਉਣੀ ਹੁੰਦੀ ਹੈ ਨਾ, ਕਿਉਂਕਿ ਲੀਡਰ ਆ, ਐਮਐਲਏ ਹਰ ਇੱਕ, ਕਿੰਨੇ ਐਮਐਲਏ ਨੇ, 117 ਐਮਐਲਏ ਆ ਆਪਣੇ, 117 ਦੇ ਵਿੱਚੋਂ ਜਦੋਂ ਚਲੋ ਜਿਹੜੀ ਪਾਰਟੀ ਜਿੱਤਦੀ ਆ ਉਹਦੇ ਵਿੱਚੋਂ 60 70 ਦੀ ਜਿਹਦੀ ਮੈਜੋਰਿਟੀ ਹੁੰਦੀ ਉਹਦੇ ਚੋਂ ਫਿਰ ਵੀ ਪਰਸਨ ਤਾਂ ਇੱਕ ਮੁੱਖ ਮੰਤਰੀ ਬਣਦਾ ਨਾ। ਬਿਲਕੁਲ।
ਪਰ ਇੱਛਾ ਤਾਂ ਬਹੁਤ ਦੀ ਹੁੰਦੀ ਹੈ ਹਨਾ। ਫਿਰ ਜਦੋਂ ਇੱਛਾ ਪੂਰੀ ਕਰਨੀ ਹੁੰਦੀ ਆ, ਲੀਡਰ ਤਾਂ ਉਹ ਵੀ ਆ ਤੇ ਬਾਬਿਆਂ ਦਾ ਸਹਾਰਾ ਲੈਂਦੇ ਆ। ਬਿਲਕੁਲ। ਉਹ ਫਿਰ ਵੋਟ ਬੈਂਕ ਵੀ ਦੇਖਣਾ ਹੁੰਦਾ ਨਾ ਵੀ ਕਿੱਥੋਂ ਵੱਧ ਤੋਂ ਵੱਧ ਅਸੀਂ ਫੇਮਸ ਹੋਣਾ ਜਾਂ ਹਨਾ ਕੀ ਹੋਣਾ। ਉਹ ਚੀਜ਼ ਲਈ ਫਿਰ ਉਹ ਜ਼ਿਆਦਾ ਪਪੂਲੈਰਿਟੀ ਲੈਣ ਲਈ ਇਹ ਪਰਸਨ ਉਦੋਂ ਉਸੇ ਲਈ ਜਾਂਦੇ। ਜਿਹੜਾ ਇੱਕ ਆਮ ਪਰਸਨ ਜਾਂਦਾ ਉਹ ਵੱਧ ਤੋਂ ਵੱਧ, ਮੈਂ ਤੁਹਾਨੂੰ ਦੱਸਦਾ, ਕਈ ਵਾਰੀ ਮੈਂ ਖੁਦ ਕਹਿਣਾ, ਅਸੀਂ 10 ਰੁਪਏ ਰੱਖ ਕੇ BMW ਦੀ ਮੰਗ ਕਰ ਰਹੇ ਹੁੰਦੇ ਆ ਬਾਬਾ ਜੀ ਤੋਂ। ਗੁਰਦੁਆਰਾ ਸਾਹਿਬ ਜਾਂਦੇ ਆ ਹਨਾ, 10 ਰੁਪਏ ਦਾ ਮੱਥਾ ਟੇਕਦੇ ਆ ਤੇ ਜਾ ਕੇ ਕਹਿੰਦੇ ਆ ਬਾਬਾ ਜੀ ਮੈਨੂੰ BMW ਦੇ ਦਿਓ। ਜਦ ਕਿ ਬਾਬਾ ਜੀ ਕਹਿੰਦੇ ਤੂੰ BMW ਲੈ ਆ, ਪਹਿਲਾਂ ਹੀ ਲੈ ਕੇ ਆ ਜਾ, ਤੈਨੂੰ ਅੰਦਰ ਆ ਕੇ ਕੁਝ ਮੰਗਣ ਦੀ ਲੋੜ ਨਾ ਪਵੇ ਹਨਾ। ਦੇਣ ਵਾਲਾ ਪ੍ਰਮਾਤਮਾ ਬੈਠਾ, ਪਰ ਉਹਦੇ ਵਿੱਚ ਕਰਮ ਸਾਨੂੰ ਕਰਨੇ ਪੈਣੇ ਆ। ਕਰਮ ਨੂੰ ਅਸੀਂ ਡਿਨਾਈ ਕਰ ਚੁੱਕੇ ਆ। ਜਿਹੜੀ ਅੱਜ ਦੀ ਮਾਡਰਨ, ਮੈਂ ਖੁਦ ਆਪ ਦੀ ਗੱਲ ਕਰਾਂ, ਸਾਨੂੰ ਰਾਤੋਂ ਰਾਤ ਸਕਸੈਸ ਚਾਹੀਦੀ ਹੈ ਬਿਲਕੁਲ, ਬਿਨਾਂ ਕੁਝ ਕਰੇ। ਤੁਸੀਂ ਦੇਖਿਆ ਹੁਣ ਅੱਜ ਕੱਲ ਸੋਸ਼ਲ ਨੈਟਵਰਕਿੰਗ ਸਾਈਟਸ ਤੇ ਕਿੰਨੇ ਜ਼ਿਆਦਾ ਲੋਕ ਫੇਮਸ ਹੋ ਗਏ ਹਨਾ। ਉਹ ਵੀ ਪਰਸਨ ਜਿਨ੍ਹਾਂ ਨੂੰ ਮਤਲਬ ਕੋਈ ਨਹੀਂ ਸੀ ਜਾਣਦਾ, ਅੱਜ ਉਹਨਾਂ ਨੂੰ ਲੱਖਾਂ ਲੋਕ ਜਾਣ ਰਹੇ ਆ ਹਨਾ। ਉਹ ਕਹਿੰਦੇ ਸਾਨੂੰ ਪਲੇਟਫਾਰਮ ਮਿਲ ਗਿਆ। ਕਈ ਤਾਂ ਵਧੀਆ ਤਰੀਕੇ ਨਾਲ ਆਪਾਂ ਗੱਲਬਾਤ ਦੇ ਥਰੂ ਆਪਣੇ ਕੋਈ ਚੰਗੇ ਟੈਲੈਂਟ ਨੂੰ ਦਿਖਾ ਕੇ, ਕਈ ਮਾੜੀਆਂ ਚੀਜ਼ਾਂ ਕਰਕੇ ਵੀ ਫੇਮਸ ਆ ਹੈਨਾ। ਗੱਲ ਮੈਂ, ਤੁਸੀਂ ਇੱਕ ਕਿੱਸਾ ਸਾਂਝਾ ਕਰ ਰਹੇ ਸੀਗੇ ਜੀ ਕਿ ਵਹਿਮ ਭਰਮ ਨੂੰ ਲੈ ਕੇ, ਜੰਦ ਵਿਸ਼ਵਾਸ ਨੂੰ ਲੈ ਕੇ, ਕਿ ਲੋਕ ਜਿਹੜੇ ਨੇ ਕਈ ਨਹਿਰਾਂ ਵਿੱਚ ਫੁੱਲ ਤਾਰਦੇ ਨੇ ਪੂਜਾ ਪਾਠ ਕਰਕੇ, ਮੰਗਲਵਾਰ 3 ਮੰਗਲਵਾਰ ਕਰੋ ਜਾਂ 6 ਮੰਗਲਵਾਰ ਕਰੋ। ਜੀ ਕੀ ਹੈਗਾ ਇਹ ਸਭ ਕੁਝ? ਮਤਲਬ ਕਿਉਂ ਲੋਕ ਇਹਨਾਂ ਪਿੱਛੇ, ਸਪੈਸ਼ਲੀ ਉਹ ਲੋਕ ਇਹ ਚੀਜ਼ਾਂ ਕਰਦੇ ਨੇ ਜਿਹੜੇ ਪੜ੍ਹੇ ਲਿਖੇ ਨੇ? ਬਿਲਕੁਲ। ਕਿਉਂ? ਮਤਲਬ ਉਹਦਾ ਕਾਰਨ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ। ਪਹਿਲਾਂ ਤੁਹਾਨੂੰ ਇੱਕ ਛੋਟਾ ਜਿਹਾ ਮੈਂ ਇੱਕ ਕਿੱਸਾ ਦੱਸ ਦਿੰਦਾ। ਮੇਰੇ ਖੁਦ ਦੇ ਨਾਲ, ਮੇਰੇ ਘਰ ਦੇ ਵਿੱਚ ਬੀਤੀ ਹੋਈ ਚੀਜ਼ ਆ ਹਨਾ। ਤੇ ਉਦੋਂ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਹਾਂ ਸਾਈਕੋਲੋਜੀ ਚੀਜ਼ ਕੀ ਹੁੰਦੀ ਆ ਹਨਾ। ਜਦੋਂ ਮੈਂ ਸਾਈਕੋਲੋਜੀ ਪੜ੍ਹੀ ਹਨਾ, ਮੈਂ ਕਦੇ ਜ਼ਿਆਦਾ ਉਹਨਾਂ ਨਾਲ ਸ਼ੇਅਰ ਵੀ ਨਹੀਂ ਕੀਤਾ ਕਿ ਹਾਂ ਸਾਈਕੋਲੋਜੀ ਚੀਜ਼ ਕੀ ਹੁੰਦੀ ਆ। ਇੱਕ ਵਾਰੀ ਮੇਰੇ ਮਦਰ ਨੂੰ ਉਹਨਾਂ ਦੀ ਕੁਝ ਨਾ ਸਿਹਤ ਜਿੱਦਾਂ ਹੁੰਦੀ ਆ ਕਿ ਹਾਂ ਫਲੂ ਵੀ ਆ ਜਾਂਦਾ ਕਈ ਵਾਰੀ ਕੋਈ ਮੌਸਮ ਦੇ ਕਰਕੇ ਹਨਾ। ਉਹ ਕਹਿਣ ਲੱਗੇ ਕਿ ਮੇਰੀ ਸਿਹਤ ਬੜੀ ਡਾਊਨ ਰਹਿਣ ਲੱਗ ਗਈ ਹਨਾ। ਤੇ ਅੱਜ ਤੇਰੇ ਤਾਈ ਜੀ ਆਏ ਸੀ ਤੇ ਉਹ ਦੱਸ ਰਹੇ ਸੀ ਵੀ ਫਲਾਣੀ ਜਗ੍ਹਾ ਇੱਕ ਬਾਬਾ ਜੀ ਆ ਹਨਾ, ਵੀ ਮੈਂ ਉੱਥੇ ਜਾਂਦੀ ਸੀ, ਉਹ ਇੱਕ ਕੜਾ ਦਿੰਨੇ ਆ ਚਾਂਦੀ ਦਾ, ਤੁਸੀਂ ਉਹ ਪਾ ਕੇ ਰੱਖੋ, ਘਰ ਦੇ ਵਿੱਚ ਬਰਕਤ ਬਹੁਤ ਆਉਂਦੀ ਆ, ਕਲੇਸ਼ ਦੂਰ ਹੋ ਜਾਂਦਾ ਹਨਾ, ਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ, ਤੁਹਾਡੀ ਸਿਹਤ ਬੜੀ ਵਧੀਆ ਰਹਿੰਦੀ ਆ ਹਨਾ। ਉਹ ਮੈਂ ਉਹਨਾਂ ਦੀ ਗੱਲ ਨੂੰ ਚਲੋ ਅਣਗੌਲਿਆ ਕਰਕੇ ਹਾਸੀ ਦੇ ਵਿੱਚ ਟਾਲ ਕੇ ਉਹਨਾਂ ਨੂੰ ਕਹਿਤਾ ਕਿ ਹਾਂਜੀ ਠੀਕ ਆ, ਬਹੁਤ ਵਧੀਆ ਗੱਲ ਆ। ਕਹਿੰਦੇ ਦੇਖੋ ਉਹਨਾਂ ਦੇ ਮੁੰਡੇ ਨੂੰ ਸਰਕਾਰੀ ਨੌਕਰੀ ਮਿਲ ਗਈ ਹਨਾ, ਜਿੱਦਣ ਦੇ ਉੱਥੇ ਦੇ ਜਾਣ ਲੱਗੇ ਆ, ਤੂੰ ਕਿਤੇ ਨਾ ਕਿਤੇ ਜਾ ਕੇ ਆ ਤੇ ਉਹ ਤੂੰ ਲੈ ਕੇ ਆਉਣਾ ਕੜਾ ਉੱਥੋਂ ਹਨਾ। ਤੂੰ ਵੈਸੇ ਵੀ ਘੁੰਮਦਾ ਰਹਿਣਾ, ਤੂੰ ਜਾ ਕੇ ਆ ਉੱਥੇ। ਚਲੋ ਮੈਂ ਉਹਨਾਂ ਦੀ ਇੱਕ ਵਾਰੀ ਇਦਾਂ ਨਿਕਲ ਰਿਹਾ ਸੀ, ਮੇਰੇ ਉਹ ਗੱਲ ਨਾ ਬਾਰ-ਬਾਰ ਮਾਈਂਡ ਦੇ ਵਿੱਚ ਸਟ੍ਰਾਈਕ ਕਰ ਰਹੀ ਸੀ ਕਿ ਹਾਂ ਮੈਂ ਖੁਦ ਕਹਿਣਾ ਕਿ ਹਾਂ ਮੈਂ ਇਹਨਾਂ ਚੀਜ਼ਾਂ ਤੋਂ ਪਰੇ ਕਰਨਾ ਦੁਨੀਆ ਨੂੰ, ਜਾਂ ਅੰਧ ਵਿਸ਼ਵਾਸਾਂ ਤੋਂ ਦੂਰ ਲੋਕਾਂ ਨੂੰ ਅਸੀਂ ਸਿੱਖਿਆ ਦਿੰਦੇ ਹਾਂ ਮੇਰੇ ਘਰ ਦੇ ਵਿੱਚ ਕੀ ਹੋ ਰਿਹਾ ਹਨਾ। ਉਹ ਚੀਜ਼ ਨੂੰ ਮੈਂ ਖੁਦ ਇੱਕ ਉਹ ਐਕਸਪੈਰੀਮੈਂਟ ਕਰਕੇ ਦੇਖਿਆ। ਮੈਂ ਬਾਜ਼ਾਰੋਂ ਇੱਕ ਚਾਂਦੀ ਦਾ ਕੜਾ ਲਿਆ ਹਨਾ, ਉਹਨੂੰ ਲਾਲ ਕੱਪੜੇ ਦੇ ਵਿੱਚ ਲਪੇਟਿਆ ਤੇ ਮੈਂ ਜਾ ਕੇ ਆਪਣੇ ਮਦਰ ਨੂੰ ਦਿੱਤਾ ਕਿ ਆ ਲਓ, ਮੈਂ ਅੱਜ ਗਿਆ ਸੀ ਤੇ ਬਾਬਾ ਜੀ ਨੇ ਕਿਹਾ ਕਿ ਹਰ ਰੋਜ਼ ਘਰ ਦੇ ਵਿੱਚ ਤੁਸੀਂ ਧੂਫ ਲਗਾਉਣੀ ਆ ਤੇ ਇਹਨੂੰ 5 ਦਿਨ ਰੱਖੋ ਪਹਿਲਾਂ, ਤੇ ਉਸ ਤੋਂ ਬਾਅਦ ਇਹਨੂੰ ਧਾਰਨ ਕਰਨਾ ਜੀ ਮੰਗਲਵਾਰ ਵਾਲੇ ਦਿਨ, ਠੀਕ ਹੈ। ਤੇ ਉਸ ਦਿਨ ਲਿਆ ਕੇ ਲੱਡੂਆਂ ਦਾ ਪ੍ਰਸ਼ਾਦ ਵੰਡਣਾ ਤੁਸੀਂ, ਠੀਕ ਹੈ। ਤੇ ਉਹਨਾਂ ਨੇ ਸੇਮ ਐਜ਼ ਇਟ ਇਜ਼ ਕੀਤਾ। ਮੈਨੂੰ ਕਹਿੰਦੇ ਫਿਰ ਮੰਗਲਵਾਰ ਨੂੰ ਲੱਡੂ ਲੈ ਆਏ ਜਦੋਂ ਸ਼ਾਮ ਨੂੰ ਆਉਂਗਾ ਹਨਾ। ਤੇ ਮੈਂ ਉਦਾਂ ਹੀ ਕੀਤਾ, ਮੈਂ ਲੈ ਕੇ, ਤੇ ਮੈਂ ਤੁਹਾਨੂੰ ਸੀਰੀਅਸਲੀ ਦੱਸ ਰਿਹਾ, ਉਸ ਦਿਨ ਤੋਂ ਬਾਅਦ ਮੇਰੇ ਮਦਰ ਦੀ ਮੈਂਟੈਲਿਟੀ ਐਂ ਲੱਗਣ ਲੱਗਾ ਸੀ ਹਾਂ ਯਾਰ ਕੜਾ ਪਾ ਲਿਆ, ਬੜਾ ਵਧੀਆ ਹੋ ਗਿਆ। ਅੱਜ ਵੀ ਪਾਇਆ ਕੜਾ ਉਹਨਾਂ ਨੇ? ਹਾਂ ਅੱਜ ਵੀ ਉਹਨਾਂ ਨੇ ਪਾਇਆ, ਪਰ ਮੈਂ ਉਹਨਾਂ ਨੂੰ ਕਦੇ ਇਹ ਨਹੀਂ ਦੱਸਿਆ ਕਿ ਉਹ ਝੂਠਾ ਕੜਾ ਮੈਂ ਹੀ ਲੈ ਕੇ ਆਂਦਾ ਸੀ ਹਨਾ। ਗੱਲ ਇਹ ਹੁੰਦੀ ਹੈ ਕਿ ਜਦੋਂ ਕਿਸੇ ਨੂੰ ਸੈਟੀਸਫੈਕਸ਼ਨ ਮਿਲਦੀ ਹੈ ਨਾ, ਤਾਂ ਇੱਕ ਆਪਾਂ ਨੂੰ ਮਿੱਟੀ ਦੀ ਚੁਟਕੀ ਨਾਲ ਵੀ ਆਪਾਂ ਨੂੰ ਕਿਸੇ ਨੂੰ ਜਦੋਂ ਸੈਟੀਸਫਾਈਡ ਕਰਨਾ ਹੁੰਦਾ, ਇਹੀ ਬਾਬੇ ਕਰ ਰਹੇ ਆ। ਮੈਂ ਨਹੀਂ ਕਹਿੰਦਾ ਕਿ ਸਾਰੇ ਬਾਬੇ ਗਲਤ ਹੋਣਗੇ, ਉਹਨਾਂ ਨੂੰ ਪਤਾ ਕਿ ਜੋ ਕਿਸੇ ਦੇ ਦੁੱਖ ਨੂੰ ਆਪਾਂ ਜੇ ਅੱਜ ਵੰਡਾਈਏ ਬੈਠ ਕੇ ਹਨਾ, ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਹਾਂ ਹਰ ਇੱਕ ਦੀ ਗੱਲ ਸੁਣ ਸਕੀਏ ਹਨਾ। ਕਈ ਵਾਰੀ ਬੰਦਾ ਅੱਜ ਕੱਲ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ। ਪਰ ਹੁਣ ਚਲੋ ਆਪਾਂ ਜਿਵੇਂ ਲਾ ਲਈਏ ਕਿ ਤੁਹਾਡਾ ਪ੍ਰੋਫੈਸ਼ਨ ਹਨਾ, ਆਹ ਕੰਮ ਦਾ, ਮੇਰਾ ਪ੍ਰੋਫੈਸ਼ਨ ਕੀ ਆ, ਐਵੇਂ ਉਹਨਾਂ ਦਾ ਪ੍ਰੋਫੈਸ਼ਨ ਆ। ਉਹ ਸੋਚਦੇ ਆ ਵੀ ਚਲੋ ਠੀਕ ਹੈ, ਨਾਲੇ ਸਾਨੂੰ ਫੇਮ ਮਿਲ ਜੂਗਾ, ਨਾਲੇ ਅਗਲੇ ਦੇ ਮਾੜੇ ਮੋਟਾ ਜੋ ਵੀ ਉਹਨਾਂ ਦੇ ਮਨ ਦੀ ਇੱਛਾ ਪੂਰੀ ਹੋ ਜੂਗੀ। ਤਾਂ ਫਿਰ ਉਹ ਕਦੇ ਤੁਹਾਨੂੰ ਕਹਿ ਦਿੰਦੇ ਆ ਕਿ ਹਾਂ ਤੁਸੀਂ 5 ਮੰਗਲਵਾਰ ਜਦੋਂ ਜਾ ਕੇ ਦੇਖ ਲਓ, ਤੁਸੀਂ ਖੁਦ ਚਲੇ ਜਾਇਓ ਮੰਗਲਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ, ਮੰਦਿਰ, ਮਸਜਿਦ, ਕਿਤੇ ਵੀ ਜਾ ਕੇ ਕਿਸੇ ਵੀ ਜਾਨਵਰ ਨੂੰ ਤੁਸੀਂ ਕੁਦਰਤ ਦੀ ਚੀਜ਼ ਨੂੰ ਆਪਾਂ ਦਾਨ ਕਰਦੇ ਹਾਂ, ਕੋਈ ਵੀ ਚੀਜ਼, ਉਹ ਇੱਕ ਪੋਜ਼ਿਟਿਵਿਟੀ ਵੈਸੇ ਹੀ ਤੁਹਾਨੂੰ ਦਿੰਦੀ ਹੈ। ਪਰਮਾਤਮਾ ਦੇ ਘਰ ਜਾ ਕੇ ਨੈਗੇਟਿਵਿਟੀ ਕਿਹਨੂੰ ਮਿਲੀ ਹੈ ਹਨਾ। ਕਦੇ ਜਾ ਕੇ ਵੈਸੇ ਹੀ ਦੇਖ ਲਿਓ, ਗੁਰੂ ਘਰੇ ਜਾ ਕੇ ਬੈਠ ਕੇ ਦੇਖ ਲਿਓ, ਮਨ ਨੂੰ ਵੈਸੇ ਹੀ ਸ਼ਾਂਤੀ ਮਿਲਦੀ ਹੈ। ਉਹ ਆਪਾਂ ਨੂੰ ਕਹਿੰਦੇ ਨੇ ਕਿ 5 ਮੰਗਲਵਾਰ ਜੀ ਮੰਦਿਰ ਜਾ ਕੇ ਆਓ ਜਾਂ ਗੁਰਦੁਆਰਾ ਸਾਹਿਬ ਜਾਓ, ਉੱਥੇ ਦਾਲ ਦਾ ਗੱਲ, ਉਹਨਾਂ ਦਾ ਮਕਸਦ ਕੀ ਹੁੰਦਾ, ਇਨਡਾਇਰੈਕਟਲੀ ਕਿਤੇ ਨਾ ਕਿਤੇ ਘੁੰਮ ਕੇ ਕਿੱਥੇ ਆ ਜਾਂਦੀ ਹੈ ਚੀਜ਼, ਪਰਮਾਤਮਾ ਦੇ ਨਾਲ। ਜਿਹੜੀ ਮੈਂ ਚੀਜ਼ ਤੁਹਾਨੂੰ ਪਹਿਲਾਂ ਦੱਸੀ ਹੈ ਨੇਚਰ ਦੇ ਨਾਲ। ਇਹ ਪਾਰਟ ਕੀ ਹੈ, ਜਦੋਂ ਅਸੀਂ ਗਾਂ ਨੂੰ ਹਨਾ ਚਾਰਾ ਖਿਲਾਉਣ ਦੀ ਗੱਲ ਕਰਦੇ ਆ, ਜਾਂ ਤੁਸੀਂ ਕਹਿੰਦੇ ਆ ਬਾਂਦਰਾਂ ਨੂੰ ਤੁਸੀਂ ਕੇਲੇ ਖਵਾ ਕੇ ਆਉਣੇ ਆ, ਜਾਂ ਕਿਸੇ ਕੁੱਤੇ ਨੂੰ ਰੋਟੀ ਪਾਉਣੀ ਆ, ਉਹ ਕੀ ਆ, ਇਨਡਾਇਰੈਕਟਲੀ ਕੁਦਰਤ ਸਾਨੂੰ ਕਹਿੰਦੀ ਹੈ ਕਿ ਜੋ ਸਾਡੇ ਵਿਚਾਰੇ
ਵਿਚਰ ਰਹੇ ਆ ਉਹ ਸਾਰੇ ਜੀਵਾਂ ਦੀ ਅਸੀਂ ਕਦਰ ਕਰੀਏ। ਉਹਨਾਂ ਨੂੰ ਵੀ ਤਾਂ ਹੀ ਤਾਂ ਕਹਿੰਦੇ ਆ ਕਿ ਉਹ ਪ੍ਰਮਾਤਮਾ ਇੱਕ ਇਹੋ ਜਿਹਾ ਚੀਜ਼ ਪੈਦਾ ਕੀਤੀ ਵੀ ਆ ਕਿ ਉਹ ਪੱਥਰ ਦੇ ਵਿੱਚ ਬੈਠੇ ਕੀੜੇ ਨੂੰ ਵੀ ਅੰਨ ਦੇ ਰਿਹਾ ਹਨਾ। ਸਾਇੰਸ ਨੇ ਜਦੋਂ ਡਿਸਕਵਰੀ ਤੇ ਗੱਲ ਕਰਦੇ ਆ ਉਹ ਕਹਿੰਦੇ ਕਿ ਸਾਇੰਸ ਆਏ, ਜਦੋਂ ਧਰਮ ਕਹਿੰਦਾ ਉਹ ਕਹਿੰਦਾ ਪ੍ਰਮਾਤਮਾ। ਪਾਣੀ ਦਾ ਗਲਾਸ ਰੱਖ ਲਓ ਜੀ, ਇੱਕ ਪਾਣੀ ਦੇ ਗਲਾਸ ਦੇ ਵਿੱਚ ਠੰਡਾ ਪਾਣੀ ਪਾ ਦਿਓ ਹਨਾ, ਉਹਦੇ ਪਾਣੀ ਦੇ ਬਾਹਰ ਬੂੰਦਾਂ ਗਲਾਸ ਦੇ ਆਉਣ ਲੱਗ ਜਾਂਦੀਆਂ, ਤੁਸੀਂ ਦੇਖਿਆ ਹੋਣਾ ਕਦੇ ਹਨਾ। ਜਿਹੜਾ ਕੁਦਰਤ ਆ ਉਹ ਕਹਿੰਦੇ ਵੀ ਦੇਖੋ ਪ੍ਰਮਾਤਮਾ ਦਾ ਕ੍ਰਿਸ਼ਮਾ, ਤੁਸੀਂ ਵਿੱਚ ਪਾਣੀ ਪਾਇਆ ਸੀ, ਕੁਦਰਤ ਦਾ ਕ੍ਰਿਸ਼ਮਾ ਹੈ ਵੀ ਬਾਹਰ ਵੀ ਪਾਣੀ ਆ, ਇਹ ਪ੍ਰਮਾਤਮਾ। ਜਿਹੜਾ ਇੱਕ ਪ੍ਰਮਾਤਮਾ ਨੂੰ ਮੰਨਣ ਵਾਲਾ ਕਹੂਗਾ ਕਿ ਕੁਦਰਤ ਆ, ਇਹ ਪ੍ਰਮਾਤਮਾ ਦੀ ਦੇਣ ਆ, ਦੇਖੋ ਕੀ ਆ ਹਨਾ। ਪਰ ਜਿਹੜੀ ਸਾਇੰਸ ਕਹਿੰਦੀ ਉਹ ਕਹਿੰਦੀ ਵੈਪੋਰੇਸ਼ਨ ਆ ਹਨਾ, ਵੈਪੋਰੇਟ ਹੋ ਰਿਹਾ ਜੀ, ਉਹ ਪਾਰਟੀਕਲਸ ਇੱਥੇ ਆ ਗਏ ਹਨਾ। ਜਦੋਂ ਆਪਾਂ ਗੱਲ ਕਰਦੇ ਆ ਸਾਇੰਸ ਤੇ ਰਿਲੀਜਨ ਕਦੇ ਆਪਸ 'ਚ ਨਹੀਂ ਚੱਲੇ। ਤੇ ਜਿਹੜੇ ਲੋਕ ਨੇ, ਆਮ ਲੋਕ ਨੇ, ਉਹ ਆਪਣੇ ਬੱਚਿਆਂ ਨੂੰ ਵੀ ਹਮੇਸ਼ਾ ਹੀ ਸਿੱਖਿਆ ਦਿੰਦੇ ਨੇ ਵੀਰਵਾਰ ਸਿਰ ਨਹੀਂ ਨਹਾਉਣਾ, ਮੰਗਲਵਾਰ ਨਹੀਂ ਨਹਾਉਣਾ, ਆ ਨਹੀਂ ਖਾਣਾ, ਉਹ ਨਹੀਂ ਖਾਣਾ, ਆ ਦਿਨ ਆ ਨਹੀਂ ਖਾਣਾ। ਮਤਲਬ ਇਹ ਫਿਰ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦਾ। ਇਹ ਸਭ ਚੀਜ਼ਾਂ ਨੂੰ ਕਿਵੇਂ ਰੋਕਿਆ ਜਾਵੇ? ਮੈਂ ਤੁਹਾਨੂੰ ਦੱਸਦਾ ਇਹਦੇ ਪਿੱਛੇ, ਜਦੋਂ ਆਪਾਂ ਕਦੇ ਬੈਠ ਕੇ ਤੁਸੀਂ ਸੋਚਿਓ ਕਿ ਕਹਿੰਦੇ ਸੀ ਮੰਗਲਵਾਰ ਜਾਂ ਵੀਰਵਾਰ ਹਨਾ ਸਿਰ ਨਹੀਂ ਧੋਣਾ ਹਨਾ, ਇਹ ਕਦੋਂ ਤੋਂ ਚੱਲਦੀ ਆ ਰਹੀ ਹੈ? ਸਾਡੇ ਦਾਦੇ ਪੜਦਾਦੇ ਕਦੋਂ ਦੀਆਂ ਗੱਲਾਂ ਚੱਲਦੀਆਂ ਆ ਰਹੀਆਂ, ਬਹੁਤ ਟਾਈਮ ਪਹਿਲਾਂ ਦੀਆਂ। ਕਿਉਂਕਿ ਉਦੋਂ ਪਾਣੀ ਦੇ ਸੋਰਸਿਸ ਨਾ ਬਹੁਤ ਘੱਟ ਸੀ। ਉਦੋਂ ਸਾਡੇ ਜਿਹੜੇ ਸਿਆਣੇ ਸੀ ਉਹਨਾਂ ਨੇ ਕਿਤਾਬਾਂ ਨਹੀਂ ਸੀ ਪੜ੍ਹੀਆਂ, ਪਰ ਉਹਨਾਂ ਨੂੰ ਪਤਾ ਸੀ ਕਿ ਨੇਚਰ ਤੋਂ ਕਿਸੇ ਚੀਜ਼ ਨੂੰ ਕਿਵੇਂ ਬਚਾਉਣਾ ਹਨਾ। ਉਹ ਸਿਰਫ ਇਹਨਾਂ ਨੂੰ ਇਹ ਸੀ ਕਿ ਉਹ ਪਾਣੀ ਦੀ ਵੇਸਟੇਜ ਨਾ ਹੋਵੇ। ਉਹਨਾਂ ਨੇ ਕਿਤੇ ਇਹ ਕਹਿਤਾ ਕਿ ਹਾਂ 2 ਦਿਨ ਉਹ ਚੀਜ਼ ਨੂੰ ਯੂਜ਼ ਨਾ ਕਰਿਓ, ਉਹ ਬਚਿਆ ਰਹੂਗਾ। ਅਸੀਂ ਉਹਨੂੰ ਵਹਿਮ ਬਣਾ ਲਿਆ। ਕਹਿੰਦੇ ਸੀ ਰਾਤ ਨੂੰ ਤੁਸੀਂ ਆਪਣੇ ਨੌ ਨਹੀਂ ਜੀ ਕੱਟਣੇ ਹਨਾ। ਕਾਰਨ ਉਹਦਾ ਕੀ ਆ? ਤੁਸੀਂ ਕਿਸੇ ਕਮਰੇ ਦੇ ਵਿੱਚ ਬੈਠ ਕੇ ਰਾਤ ਨੂੰ ਨੇਲਸ ਕੱਟਦੇ ਹੋ, ਉਹ ਡਿੱਗ ਜੰਨੇ ਆ ਹਨਾ। ਉਹ ਕਿਸੇ ਦੇ ਖਾਣੇ 'ਚ ਵੀ ਡਿੱਗ ਸਕਦੇ, ਕਿਸੇ ਦੇ ਉਹ ਜਦੋਂ ਅੰਦਰ ਜਾਣਾ ਉਹਨੇ ਡਾਈਜੈਸਟ ਤਾਂ ਹੋਣਾ ਨਹੀਂ ਹਨਾ, ਉਹ ਬਿਮਾਰ ਕਰੂਗਾ, ਤਕਲੀਫ ਦਊਗਾ। ਬਿਲਕੁਲ ਉਹ ਚੀਜ਼ਾਂ ਨੂੰ ਅਸੀਂ ਵਹਿਮ ਭਰਨ ਬਣਾ ਲਿਆ ਹਨਾ। ਉਹ ਕੀ ਸੀ? ਉਹਨਾਂ ਨੇ, ਉਹ ਬਹੁਤ ਸਿਆਣੇ ਲੋਕ ਸੀ, ਉਹਨਾਂ ਨੇ ਵਹਿਮ ਭਰਨ ਨਹੀਂ, ਉਹਨਾਂ ਨੇ ਸਹੀ ਦਿਸ਼ਾ ਦਿੱਤੀ ਸੀ ਸਾਨੂੰ। ਉਹਨਾਂ ਨੇ ਹਮੇਸ਼ਾ ਇਹੀ ਕਿਹਾ ਸੀ ਪਾਣੀ ਬਚਾਉਣ ਕਰਕੇ। ਤੁਸੀਂ ਕਿੰਨੇ ਵੀ ਗੁਰੂ ਆ ਹਿੰਦੂ ਧਰਮ ਦੇ ਆ, ਅੱਜ ਮੈਂ ਕਹਿੰਦਾ ਸਾਰਿਆਂ ਦੇ ਨਾਲ ਕੋਈ ਨਾ ਕੋਈ ਪਸ਼ੂ ਪੰਛੀ ਜੁੜਿਆ ਹੋਇਆ। ਸ਼ਿਵ ਜੀ ਦੇ ਨਾਲ ਸੱਪ ਨੂੰ ਪੂਜਦੇ ਆ ਹਨਾ, ਹਨੂਮਾਨ ਜੀ ਦੇ ਨਾਲ ਆਪਾਂ ਬਾਂਦਰ ਨੂੰ ਪੂਜਦੇ ਆ ਨਾਲ ਹਨਾ, ਕਈਆਂ ਕਿਤੇ ਕਾਂ ਨੂੰ ਪੂਜਦੇ ਆ ਸ਼ਨੀ ਦੇਵਤਾ ਦਾ ਕਹਿ ਕੇ। ਕੀ ਸੀ? ਉਹ ਸਿਆਣੇ ਲੋਕ ਸੀ, ਉਹ ਇਹਨਾਂ ਚੀਜ਼ਾਂ ਨੂੰ, ਇਹਨਾਂ ਸਪੀਸ਼ੀਜ਼ ਨੂੰ ਬਚਾਉਣਾ ਚਾਹੁੰਦੇ ਸੀ। ਇਹੀ ਕੰਮ ਸਾਡੇ ਗੁਰੂ ਗੋਬਿੰਦ ਸਿੰਘ ਨੇ ਕੀਤਾ। ਬਾਜ ਇੱਕ ਇਹੀ ਜੀ ਚੀਜ਼ ਸੀ ਜਿਹਨੂੰ ਬਹੁਤ ਸਪੀਸ਼ੀਜ਼ ਇਹੀ ਜੀ ਹੈ ਜਿਹਨੂੰ ਬਚਾ ਕੇ ਰੱਖਣ ਦੀ ਲੋੜ ਸੀ, ਉਹਨਾਂ ਨੇ ਨਾਲ ਕੈਰੀ ਕੀਤਾ। ਹੁਣ ਅਸੀਂ ਅੱਜ ਬਾਜ ਨੂੰ ਦੇਖ ਕੇ ਮੱਥਾ ਟੇਕਣ ਲੱਗ ਗਏ, ਠੀਕ ਹੈ। ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨੂੰ ਪਾਉਣਾ ਕੀ ਆ। ਉਹ ਸਿਰਫ ਉਹਨਾਂ ਨੂੰ ਕੀ ਕਹਿੰਦੇ, ਸ਼ੇਰ ਵਾਲੀ ਮਾਤਾ। ਸ਼ੇਰ ਅੱਜ ਵੀ ਕਹਿੰਦੇ ਆ ਇੱਕ ਇੰਡੇਂਜਰ ਸਪੀਸੀਜ਼ ਆ ਹਨਾ, ਉਹਨੂੰ ਬਚਾ ਕੇ ਰੱਖੋ। ਮੋਦੀ ਜੀ ਨੇ ਚਲਾਈ ਵੀ ਸ਼ੇਰ ਲੈ ਕੇ ਆਉਣੇ ਆ, ਬਾਹਰੋਂ ਲਿਆ ਕੇ ਰੱਖੇ ਆ, ਅਸੀਂ ਬਚਾ ਨਹੀਂ ਸਕੇ। ਉਹ ਸਾਡੇ ਸਿਆਣੇ ਲੋਕਾਂ ਨੇ, ਉਹ ਧਾਰਮਿਕ ਲੋਕ ਗਲਤ ਨਹੀਂ ਸੀ, ਬਿਲਕੁਲ ਗਲਤ ਨਹੀਂ ਸੀ। ਉਹਨਾਂ ਨੇ ਕਿਹਾ ਕਿ ਨੇਚਰ ਦੇ ਹਰ ਇੱਕ ਚੀਜ਼ ਨੂੰ ਬਚਾ ਕੇ ਰੱਖੀਏ। ਪਰ ਕੋਈ ਵੀ ਚੀਜ਼ ਆ ਜਦੋਂ ਸਾਡੇ ਤੱਕ ਪਹੁੰਚੀ ਆ ਉਹ ਵਹਿਮ ਭਰਮਾਂ ਦੇ ਰੂਪ ਚ ਪਹੁੰਚ ਗਈ। ਅੱਜ ਮੈਂ ਤੁਹਾਡੇ ਨਾਲ ਕੋਈ ਗੱਲ ਕਰ ਰਿਹਾ ਇੱਥੇ ਬੈਠ ਕੇ, ਜਦੋਂ ਇਹ ਗੱਲਾਂ ਕਿਤੇ ਨਾ ਕਿਤੇ, ਜਦੋਂ ਮੈਂ ਹੁਣ ਗੱਲ ਕੀਤੀ ਆ ਹਨਾ, ਛੋਟੀ ਜਿਹੀ ਉਦਾਹਰਨ ਦਊਂਗਾ। ਮੈਂ ਕਹਤਾ ਸ਼ਿਵ ਜੀ ਹਨਾ, ਜੇ ਕੋਈ ਰਿਲੀਜੀਅਸ ਪਰਸਨ ਬੈਠਾ ਹੋਊਗਾ ਉਹਨੇ ਕਹਿੰਦਾ ਸਾਡੇ ਧਰਮ ਨੂੰ ਟਾਰਗੇਟ ਕਰ ਰਿਹਾ ਪਰਸਨ ਨੂੰ ਬਿਲਕੁਲ ਹਨਾ। ਉਹਨੇ ਸਿਰਫ ਉਹ ਚੀਜ਼ ਦਾ ਨਿਚੋੜ ਨਹੀਂ ਕੱਢਣਾ ਕਿ ਉਹਦੇ ਪਿੱਛੇ ਸਾਇੰਟੀਫਿਕ ਰੀਜ਼ਨ ਦੇ ਲਈ ਉਸ ਪਰਮਾਤਮਾ ਦਾ ਨਾਮ ਲਿੱਤਾ ਸੀ ਹਨਾ। ਉਹਨੇ ਕਹਿੰਦਾ ਕਿ ਸਾਡੇ ਧਰਮ ਨੂੰ, ਇਸ ਲਈ ਮੈਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਐਗਜ਼ਾਮਪਲ ਦਿੱਤੀ ਹੈ ਹਨਾ। ਇਸ ਕਰਕੇ ਕਿਉਂਕਿ ਅਸੀਂ ਸਿਰਫ ਉਹ ਚੀਜ਼ ਨੂੰ ਫੜਨਾ ਚਾਹੁੰਦੇ ਹੁੰਨੇ ਆ ਜਿੰਨੀ ਕਿ ਸਾਡੀ ਸੋਚ ਦਾ ਦਾਇਰਾ ਹੈ ਹਨਾ। ਜਦੋਂ ਸਾਡੀ ਸੋਚ ਹੀ ਨਹੀਂ ਉਸ ਤੋਂ ਉੱਪਰ ਨਿਕਲੂਗੀ, ਤੁਹਾਡੀ ਸੋਚ ਦਾ ਦਾਇਰਾ ਇੰਨਾ ਕੁ ਵੱਧ ਚੁੱਕਿਆ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਪਤਾ ਕਿ ਇੱਕ ਕ੍ਰਿਮੀਨਲ ਦੇ ਨਾਲ ਕਿੱਦਾਂ ਗੱਲ ਕਰਨੀ ਆ, ਇੱਕ ਪੁਲਿਸ ਆਫੀਸਰ ਦੇ ਨਾਲ ਕਿੱਦਾਂ ਗੱਲ ਕਰਨੀ ਆ, ਪੋਲੀਟੀਸ਼ੀਅਨ ਦੇ ਨਾਲ ਕਿੱਦਾਂ ਗੱਲ ਕਰਨੀ ਆ। ਪਰ ਜਿਹੜਾ ਸਾਡਾ ਇੱਕ ਆਮ ਬੰਦਾ, ਉਹਨੂੰ ਇਹ ਨਹੀਂ ਪਤਾ ਹੁੰਦਾ। ਉਹਨੂੰ ਬੜੀ ਗੱਡੀ ਦੇ ਵਿੱਚ ਕੋਈ ਫੋਰਚੂਨਰ ਦੇ ਚਿੱਟੇ ਕੱਪੜੇ ਪਾ ਕੇ ਉਤਰ ਜੋ, ਉਹਨੂੰ ਲੱਗਦਾ ਕਿ ਨੇਤਾ, ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ ਹੈ ਨਾ, ਕਿ ਛਵੀ ਬਣ ਚੁੱਕੀ ਹੈ। ਉਹਨਾਂ ਨੂੰ ਪਤਾ ਹੋਊਗਾ, ਤੁਹਾਨੂੰ ਪਤਾ ਹੋਊਗਾ ਕਿ ਮੇ ਵੀ ਕੋਈ ਆਮ ਪਰਸਨ ਵੀ ਹੋ ਸਕਦਾ, ਕਿ ਜ਼ਰੂਰੀ ਥੋੜੇ ਕਿ ਚਿੱਟਾ ਕੁੜਤਾ ਪਜਾਮਾ ਪਾ ਕੇ ਨੇਤਾ ਹੀ ਆਊਗਾ। ਉਹ ਇੱਕ ਅਸੀਂ ਮਾਈਂਡ ਦੇ ਵਿੱਚ ਏਦਾਂ ਵਹਿਮ ਭਰਮਾਂ ਨੂੰ ਲੈ ਕੇ ਹੈਨਾ। ਤੁਸੀਂ ਜਿਵੇਂ ਸਾਈਕੋਲੋਜੀ ਪੜ੍ਹਦੇ ਹੋ, ਤੁਸੀਂ ਸਟੱਡੀ ਕੀਤੀ ਆ, ਤੁਸੀਂ ਜਦੋਂ ਲੋਕਾਂ ਨੂੰ ਦੇਖਦੇ ਹੋ ਜਾਂ ਸਪੈਸ਼ਲੀ ਨੌਜਵਾਨ ਪੀੜ੍ਹੀ ਨੂੰ ਦੇਖਦੇ ਹੋ ਜਿਹੜੇ ਕਿ ਤੁਹਾਡੀ ਉਮਰ ਦੇ ਨੇ ਜਾਂ ਤੁਹਾਡੇ ਤੋਂ ਵੀ ਘੱਟ ਉਮਰ ਦੇ ਨੇ, ਤੁਹਾਨੂੰ ਦੇਖ ਕੇ ਨਹੀਂ ਲੱਗਦਾ ਇਹ ਬੇਵਕੂਫ ਨੇ, ਤੁਰੇ ਫਿਰਦੇ ਨੇ, ਕਿੱਧਰ ਨੂੰ ਜਾ ਰਹੇ ਨੇ, ਕੀ ਕਰ ਰਹੇ ਨੇ, ਆਪਣਾ ਭਵਿੱਖ ਤਬਾਹ ਕਰ ਰਹੇ ਨੇ? ਤੁਹਾਡੇ ਯਾਰ ਦੋਸਤ ਵੀ ਕੋਈ ਹੋਣਗੇ? ਬਿਲਕੁਲ। ਜੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਨਾ, ਕਿਉਂਕਿ ਜੇ ਮੈਂ ਖੁਦ ਇਸ ਚੀਜ਼ ਨੂੰ ਨਾ ਪੜ੍ਹਿਆ ਹੁੰਦਾ ਸ਼ਾਇਦ ਮੈਂ ਵੀ ਉਹਨਾਂ ਨੌਜਵਾਨਾਂ ਦੇ ਵਿੱਚ ਵੀ ਸ਼ਾਮਿਲ ਹੋ ਜਾਂਦਾ ਹਨਾ। ਕਿਉਂਕਿ ਦੇਖੋ ਦੁੱਖ ਤਕਲੀਫ ਕਿਹੜੇ ਇਨਸਾਨ ਤੇ ਨਹੀਂ ਆਉਂਦੇ, ਹਰ ਇੱਕ ਪਰਸਨ ਤੇ ਆਉਂਦੇ ਆ। ਜਦੋਂ ਕੋਈ ਵੀ ਬੰਦਾ ਅੱਜ ਕਹਿ ਦਿੰਦੇ ਕਿ ਉਹ ਫਲਾਣਾ ਫੇਮਸ ਸੈਲੀਬ੍ਰਿਟੀ ਆ, ਉਹ ਫਲਾਣਾ ਫੇਮਸ ਨੇਤਾ, ਉਹਦੇ ਪਿੱਛੇ ਦੀ ਸਟਰਗਲ ਸਟੋਰੀ ਜਿਹੜੀ ਹੁੰਦੀ ਆ ਉਹ ਬਹੁਤ ਵੱਡੀ ਹੁੰਦੀ ਆ ਹਨਾ। ਉਹ ਦੁੱਖ ਤਕਲੀਫਾਂ ਨੂੰ ਜਿਹੜਾ ਇਨਸਾਨ ਸਹਿ ਕੇ ਅੱਗੇ ਚਲੇ ਜਾਂਦਾ ਹੈ ਹਨਾ, ਉਹਦਾ ਇੱਕ ਨਾਮ ਬਣ ਜਾਂਦਾ,
ਫਿਰ ਉਹ ਸਾਨੂੰ ਨਾਮ ਬੜਾ ਵਧੀਆ ਲੱਗਣ ਲੱਗ ਜਾਂਦਾ ਹਨਾ। ਪਰ ਜਦੋਂ ਜਿਹੜੀ ਉਹਦੇ ਪਿੱਛੇ ਦੀ ਕਹਾਣੀ ਜਦੋਂ ਆਪਾਂ ਦੇਖਦੇ ਆ ਹਨਾ, ਅੱਜ ਮੈਂ ਕੋਈ ਸਕਸੈਸਫੁਲ ਪਰਸਨ ਨਹੀਂ ਮੰਨ ਲਓ ਹੈਗਾ ਹਨਾ, ਮੈਨੂੰ ਕਿਸੇ ਨੇ ਨਹੀਂ ਸਿਆਣਦਾ ਵੀ ਕੌਣ ਆ, ਪਤਾ ਨਹੀਂ ਕੌਣ ਤੁਰਿਆ ਫਿਰਦਾ ਕੌਣ ਨਹੀਂ। ਕੱਲ ਨੂੰ ਇਹੀ ਨਾਮ ਕਿਤੇ ਬੋਰਡਾਂ ਦੇ ਉੱਪਰ ਵੱਡੀਆਂ ਵੱਡੀਆਂ ਫੋਟੋਆਂ ਲਾ ਦੇਵਾਂ ਹਨਾ, ਤੇ ਨਾਮ ਦੇ ਨੀਚੇ ਲਾ ਦੇਵਾਂ ਵੀ ਫਲਾਣਾ ਜੀ, ਇਹ ਫਲਾਣਾ ਸਾਈਕੋਲੋਜਿਸਟ ਹੈ ਜੀ ਹਨਾ, ਇੱਥੇ ਹਰ ਇੱਕ ਦਵਾ ਦਾ ਇਲਾਜ, ਹਰ ਇੱਕ ਦਰਦ ਦਾ ਇਲਾਜ ਕੀਤਾ ਜਾਂਦਾ, ਉਹ ਮੈਨੂੰ ਵੀ ਕਰਨਾ ਹੁੰਦਾ ਜੀ ਹਨਾ। ਉਹ ਕੱਲ ਨੂੰ ਮੇਰੀ ਪਤਾ ਨਹੀਂ ਕਿੰਨੇ ਕੁ ਇੰਟਰਵਿਊ ਲੈਣ ਆ ਜਾਣਗੇ ਚੈਨਲ ਹਨਾ, ਕਹਿਣਗੇ ਵੀ ਉਹ ਫਲਾਣੇ ਆਏ ਆ ਜੀ, ਉਹ ਸਾਈਕੋਲੋਜਿਸਟ ਆ, ਤੇ ਪਰ ਉਹ ਕਰਦਾ ਜਿਹੜਾ ਤਰੀਕਾ ਹੈ, ਮੈਂ ਵੀ ਗ੍ਰੰਥਾਂ ਨੂੰ ਪੜ੍ਹ ਕੇ ਹਨਾ, ਕਿਸੇ ਵੀ ਚੀਜ਼ ਨੂੰ ਪੜ੍ਹ ਕੇ ਉਹਦੇ ਵਿੱਚੋਂ ਉਹ ਚੀਜ਼ਾਂ ਨੂੰ ਲੈ ਕੇ ਕੁਝ ਵੀ ਨਿਚੋੜ ਕੱਢ ਕੇ ਉਹਨਾਂ ਦਾ ਉਹ ਚੀਜ਼ ਨੂੰ ਉਹ ਕਰ ਸਕਦਾ ਹੈ ਨਾ। ਮੈਂ ਤਾਂ ਤੁਸੀਂ ਮੇਰੇ ਕੋਲ ਆ ਜਾਓ ਕਿ ਮੈਂ ਫੇਮਸ ਹੋਣਾ ਹੈ ਨਾ, ਮੈਂ ਤੁਹਾਨੂੰ ਕਹਿ ਦਿੰਦਾ ਇੱਕ ਛੋਟਾ ਜਿਹਾ ਜੇਬ ਦੇ ਵਿੱਚੋਂ ਕੁਝ ਪਰਚੀ ਕੱਢਦਾ, ਉਹਦੇ ਤੇ ਕੁਝ ਲਿਖਦਾ, ਤੁਹਾਨੂੰ ਕਹਿ ਦਿੰਦਾ ਇਹਨੂੰ ਜੇਬ 'ਚ ਪਾ ਕੇ ਰੱਖਿਓ, ਪਰ ਆਪਣੇ ਕੰਮ ਪ੍ਰਤੀ ਬੜਾ ਦ੍ਰਿੜ ਰਹਿਣਾ, ਹਰ ਰੋਜ਼ ਟਾਈਮ ਤੇ ਜਾਣਾ, ਠੀਕ ਹੈ, ਕਿਸੇ ਦੀ ਗੱਲ ਨੂੰ ਡਿਨਾਈ ਨਹੀਂ ਕਰਨਾ, ਮੰਨਣਾ, ਠੀਕ ਹੈ। ਇਸ ਜਨਤਾ ਨੂੰ ਜਦੋਂ ਘਰ ਤੋਂ ਨਿਕਲਣ ਲੱਗਦੇ ਆ ਸਿਰ ਨੂੰ ਲਾਉਣਾ, ਠੀਕ ਹੈ। ਤੇ ਤੁਸੀਂ ਜਿਹੜਾ ਵੀ ਤੁਹਾਡਾ ਵੱਡਾ ਮਿਲਦਾ, ਜਿੰਨੇ ਵੀ ਤੁਹਾਡੇ ਆਫਿਸ ਦੇ ਵਿੱਚ ਆ, ਉਹਨਾਂ ਦਾ ਬੜਾ ਸਤਿਕਾਰ ਕਰਨਾ। ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਣਾ ਮੰਤਰ ਕੰਮ ਕਰ ਰਹੇ ਆ, ਪਰ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਹੈਨਾ, ਉਹ ਗੱਲ ਇਹ ਹੁੰਦੀ ਹੈ ਕਿ ਅਸੀਂ ਐਕਚੁਅਲ ਦੇ ਵਿੱਚ ਜੋ ਸਾਨੂੰ ਚਾਹੀਦਾ ਹੁੰਦਾ ਉਹ ਤਾਂ ਸਾਨੂੰ ਪਤਾ ਨਹੀਂ ਹੁੰਦਾ ਹੈਨਾ। ਕਈ ਵਾਰ ਸਾਡੇ ਖੁਦ ਮਾਂ-ਬਾਪ ਨੂੰ ਪਤਾ ਹੁੰਦਾ ਕਿ ਬੱਚੇ ਦੀ ਕਹਿ ਨਹੀਂ ਦਿੰਦੇ ਕਿ ਮਾਂ ਤਾਂ ਬੱਚੇ ਨੂੰ ਉਦੋਂ ਤੱਕ ਦੁੱਧ ਨਹੀਂ ਦਿੰਦੀ ਜਦੋਂ ਤੱਕ ਰੋਂਦਾ ਨਹੀਂ ਹੈਗਾ, ਠੀਕ ਹੈ। ਇਹੀ ਚੀਜ਼ ਹੈ, ਇਹੀ ਸਾਡੇ ਨਾਲ ਹੁੰਦੀ ਹੈ। ਜਦੋਂ ਤੱਕ ਅਸੀਂ ਭੱਜ ਨੱਠ ਨਹੀਂ ਕਰਦੇ ਉਦੋਂ ਤੱਕ ਸਾਨੂੰ ਕੋਈ ਚੀਜ਼ ਨਹੀਂ ਮਿਲਦੀ ਹੁੰਦੀ ਹੈਨਾ। ਔਰ ਜਦੋਂ ਅਸੀਂ ਭੱਜ ਨੱਠ ਕਰਕੇ ਜਦੋਂ ਅਸੀਂ ਕੋਈ ਵੇਲ ਲੱਭਣਾ ਹੁੰਦਾ ਫਿਰ ਅਸੀਂ ਬਾਬਿਆਂ ਕੋਲ ਜਾਂਦੇ ਆ ਜੀ ਹੈਨਾ। ਇਸੇ ਨੌਜਵਾਨ ਪੀੜ੍ਹੀ ਨੂੰ ਮੈਂ ਤੁਹਾਨੂੰ ਦੱਸੀ ਜਾਂਦਾ, ਉਹ ਇਹ ਨਹੀਂ ਦੇਖਦੇ ਕਿ ਅਨਇੰਪਲੋਇਮੈਂਟ ਆ ਹੈਨਾ। ਮੈਂ ਸਰਕਾਰਾਂ ਦਾ ਦੋਸ਼ ਨਹੀਂ ਕੱਢਦਾ ਹੁੰਦਾ, ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਜੀ, ਸਾਰੇ ਡਾਕਟਰ ਨਹੀਂ ਬਣ ਸਕਦੇ, ਸਾਰੇ ਇੰਜੀਨੀਅਰ ਨਹੀਂ ਬਣ ਸਕਦੇ, ਹਰ ਇੱਕ ਦੀ ਹਰ ਇੱਕ ਇੰਡੀਵਿਜੂਅਲ ਡਿਫਰੈਂਟ ਆ ਹੈਨਾ। ਉਹਨਾਂ ਨੇ ਆਪਣੇ ਉਹਦੇ ਕਰਮ ਜਾਂ ਉਹਦੇ ਜੋ ਵੀ ਉਹਦੇ ਵਿੱਚ ਟ੍ਰੇਟਸ ਆ ਉਹਦੇ ਅਕੋਰਡਿੰਗ ਉਹਨੂੰ ਸਫਲਤਾ ਮਿਲਣੀ ਹੁੰਦੀ ਹੈ ਹੈਨਾ। ਜੇ ਮੈਂ ਕਹਾਂ ਕਿ ਹਾਂਜੀ ਮੇਰੇ ਘਰ ਦੇ ਵਿੱਚੋਂ ਸਾਰੇ ਆਈਐਸ ਅਫਸਰ ਪੈਦਾ ਹੋ ਜਾਣ, ਕਦੇ ਵੀ ਨਹੀਂ ਹੋ ਸਕਦਾ ਹੈਨਾ। ਜਾਂ ਮੈਂ ਸੋਚਾਂ ਕਿ ਮੇਰੀ ਅਗਲੀ ਪੀੜ੍ਹੀ ਦੇ ਵਿੱਚ ਮੈਂ, ਕਿਉਂਕਿ ਕੁਝ ਕੁ ਪਰਸਨ ਦੇ ਵਿੱਚ ਕਿੰਨੀਆਂ ਫਿਲਮਾਂ ਕਿੰਨੀ ਮੂਵੀਜ਼ ਆ ਗਈਆਂ ਜਿਹਦੇ ਵਿੱਚ ਸਾਨੂੰ ਹਮੇਸ਼ਾ ਸੁਨੇਹਾ ਦਿੱਤਾ, ਉਹਨੇ ਚੰਗੀਆਂ ਚੀਜ਼ਾਂ ਦਾ ਸੁਨੇਹਾ ਦਿੱਤਾ ਹੈਨਾ। ਕਿ ਉਹਦੇ ਵਿੱਚ 3 Idiot ਦੀ ਤੁਹਾਨੂੰ ਦੱਸਦਾ, ਉਹਦੇ ਵਿੱਚ ਉਹਨੇ ਕਿਹਾ ਕਿ ਸਾਇੰਸ ਨੇ ਇੰਨੀ ਵਧੀਆ ਮਸ਼ੀਨਾਂ ਬਣਾ ਲਈਆਂ ਜਿਹੜਾ BP ਵੀ ਦੱਸ ਸਕਦੀ ਆ, ਧੜਕਣ ਵੀ ਦੱਸ ਸਕਦੀ ਆ, ਪਰ ਸਾਡੇ ਮਾਈਂਡ ਤੇ ਕਿੰਨਾ ਪ੍ਰੈਸ਼ਰ ਪੈ ਰਿਹਾ ਕਦੇ ਇਹ ਨਹੀਂ ਕਿਸੇ ਨੇ ਅੱਜ ਤੱਕ ਹਨਾ ਉਹ ਕੀਤਾ। ਸਾਡੇ ਮਾਈਂਡ ਨੂੰ, ਸਾਡੇ ਥਾਟਸ ਨੂੰ ਸਮਝਣ ਵਾਲਾ ਕੋਈ ਮਿਲਿਆ ਨਹੀਂ। ਕਾਰਨ ਉਹਦਾ ਕੀ ਆ, ਅਸੀਂ ਖੁਦ ਨਹੀਂ ਕਿਸੇ ਨਾਲ ਸਾਂਝਾ ਕਰਨਾ ਚਾਹੁੰਦੇ। ਕਿਤੇ ਨਾ ਕਿਤੇ ਸਾਡੀ ਈਗੋ ਆ ਜਾਂਦੀ ਆ, ਅਸੀਂ ਆਪਣੇ ਆਪ ਨੂੰ ਇਹ ਸਮਝਦੇ ਕਿ ਜੇ ਮੈਂ ਇਹਨੂੰ ਆਪਣਾ ਦੁੱਖ ਦੱਸੂਗਾ ਤਾਂ ਇਹ ਕਿਤੇ ਨਾ ਕਿਤੇ ਮੇਰਾ ਮਜ਼ਾਕ ਨਾ ਉਡਾਵੇ। ਅੱਗੇ ਸਿਆਣੇ ਕਹਿੰਦੇ ਸੀ ਕਿ ਤੁਹਾਨੂੰ ਕੋਈ ਦੁੱਖ ਆ ਨਾ, ਤੁਸੀਂ ਕੋਠੇ ਚੜ੍ਹ ਕੇ ਰੌਲਾ ਪਾਉਣ ਲੱਗ ਜਾਓ ਹੈਨਾ। ਉਹਦਾ ਕਾਰਨ ਕੀ ਸੀ ਕਿ ਕਿਸੇ ਨਾ ਕਿਸੇ ਨੂੰ ਉਹ ਚੀਜ਼ ਦੀ ਮਰਜ਼ ਪਤਾ ਹੋਊਗੀ ਔਰ ਕੋਈ ਤੁਹਾਨੂੰ ਦੱਸ ਦਊਗਾ, ਤਾਂ ਉਹ ਦੱਸ ਵੀ ਦਿੰਦਾ ਸੀ ਤੇ ਉਹਦਾ ਇਲਾਜ ਵੀ ਮਿਲ ਜਾਂਦਾ ਸੀ। ਪਰ ਹੁਣ ਅੱਜ ਕੱਲ੍ਹ ਕਹਿੰਦੇ ਆ ਕਿ ਹਾਂ ਆਪਣੇ ਅੰਦਰ ਬੈਠੋ, ਕਿਸੇ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ, ਕਿਉਂਕਿ ਤੁਹਾਡਾ ਮਜ਼ਾਕ ਉਡਾਇਆ ਜਾਂਦਾ ਹੁੰਦਾ। ਮਜ਼ਾਕ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਜੀ ਹੈਨਾ। ਜਦੋਂ ਤੁਹਾਨੂੰ ਕੋਈ ਤਕਲੀਫ ਆ ਉਹਦੇ ਲਈ ਤਾਂ ਤੁਹਾਨੂੰ ਦਵਾਈ ਲੈਣੀ ਪੈਣੀ ਆ ਹੈਨਾ। ਕੋਈ ਵੀ ਚੀਜ਼ ਆ, ਕੋਈ ਵੀ ਮਰਜ਼ ਆ, ਇਸੇ ਤਰ੍ਹਾਂ ਦਿਮਾਗ ਆ, ਦਿਮਾਗ ਨੂੰ ਵੀ ਤਾਂ ਸ਼ਾਂਤ ਕਰਨ ਲਈ ਕੋਈ ਚੀਜ਼ ਦੀ ਜ਼ਰੂਰਤ ਹੈ। ਬਿਲਕੁਲ, ਜਿਵੇਂ ਤੁਸੀਂ ਆਪਣਾ ਕਿੱਸਾ ਸੁਣਾਇਆ, ਆਪਣੇ ਮਦਰ ਦਾ ਕਿੱਸਾ ਸੁਣਾਇਆ, ਫਿਰ ਅੱਜ ਤੱਕ ਕਦੀ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਤੁਸੀਂ ਵਹਿਮ ਕਰ ਰਹੇ ਸੀਗੇ, ਕੜਾ ਉਹ ਹੈ ਹੀ ਨਹੀਂ ਕੜਾ? ਕਿਉਂਕਿ ਉਹ ਕਾਫੀ ਅੱਗੇ ਵੀ ਆਪਣੇ ਉਹਨਾਂ ਦੀ ਫਰੈਂਡਸ ਹੋਣਗੇ, ਰਿਸ਼ਤੇਦਾਰ ਉਹਨਾਂ ਨੂੰ ਦੱਸਦੇ ਹੋਣਗੇ ਕਿ ਤੁਸੀਂ ਵੀ ਜਾਓ ਉੱਥੇ, ਕੜਾ ਮੈਨੂੰ ਬਹੁਤ ਫਰਕ ਪੈ ਗਿਆ ਇਸ ਚੀਜ਼ ਦੇ ਨਾਲ। ਬਿਲਕੁਲ, ਮੈਂ ਉਹਨਾਂ ਨੂੰ ਬਸ ਇਹ ਗੱਲ ਕਹਿੰਦੀ ਸੀ ਕਿ ਜਦੋਂ ਕਿਸੇ ਤੇ ਲਈ ਕੜਾ ਮੰਗਾਉਣਾ ਨਾ ਮੈਨੂੰ ਜ਼ਰੂਰ ਦੱਸ ਦਿਓ ਹਨਾ, ਮੈਂ ਲਿਆ ਕੇ ਦੇ ਦੂੰਗਾ ਤੁਹਾਨੂੰ ਹਨਾ। ਕਿਉਂਕਿ ਵੀ ਉਹ ਬਾਬਾ ਜੀ ਆ ਮੇਰੇ ਬੜੇ ਜਾਣਕਾਰ ਨਿਕਲੇ ਹਨਾ। ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਸੀ, ਜੇ ਮੈਂ ਉਹਨਾਂ ਦਾ ਉਸ ਦਿਨ ਫੇਥ ਤੋੜ ਦਿੰਦਾ ਹੈਨਾ, ਜਿੱਦਾਂ ਡਾਕਟਰ ਵੀ ਕਹਿ ਜਾਂਦਾ ਹੁੰਦਾ, ਕਈ ਵਾਰੀ ਉਹ ਸਾਨੂੰ ਦੱਸ ਦਿੰਦੇ ਹੁੰਦੇ ਆ ਕਿ ਹਾਂ ਪੇਸ਼ੈਂਟ ਨੂੰ ਜੀ ਆ 3rd ਸਟੇਜ ਦੇ ਵਿੱਚ ਚੱਲ ਰਿਹਾ, ਕੈਂਸਰ ਦਾ ਪੇਸ਼ੈਂਟ ਹੈ, ਪਲੀਜ਼ ਉਹਦੇ ਨਾਲ ਸ਼ੇਅਰ ਨਾ ਕਰਿਓ, ਪਰ ਤੁਸੀਂ ਉਹਦੀ ਟੇਕ ਕੇਅਰ ਕਰਿਓ ਹੈਨਾ। ਕਿਸੇ ਤੇ ਵਿਸ਼ਵਾਸ ਨੂੰ ਬਣਾਏ ਰੱਖਣ ਲਈ ਕੋਈ ਚੀਜ਼ਾਂ ਨੂੰ ਲੁਕੋ ਕੇ ਵੀ ਰੱਖਣਾ ਪੈਂਦਾ ਹੈਨਾ। ਇਹ ਚੀਜ਼ਾਂ ਗੁਰਬਾਣੀ ਵੀ ਸਾਨੂੰ ਕਹਿੰਦੀ ਆਉਂਦੀ ਆ ਹੈਨਾ, ਇਹ ਗੀਤਾ ਦੇ ਵਿੱਚ ਵੀ ਹੋਇਆ ਹੈਨਾ, ਇਹ ਕੁਰਾਨ ਦੇ ਵਿੱਚ ਵੀ ਹੋਇਆ। ਜੇ ਹੁਣ ਆਪਾਂ ਸ਼੍ਰੀ ਕ੍ਰਿਸ਼ਨ ਜੀ ਦੀ ਗੱਲ ਕਰੀਏ ਤਾਂ ਉਦੋਂ ਵੀ ਉਹਨਾਂ ਨੇ ਕਿਸੇ ਦਾ ਸਾਥ ਦਿੱਤਾ ਹੈਨਾ। ਜਿਹਨੂੰ ਕਈ ਵਾਰੀ ਕਹਿੰਦੇ ਨੇ ਲੋਕ ਵੀ ਛਲ ਕਪਟ ਨਹੀਂ ਹੁੰਦਾ। ਜੇ ਮੈਂ ਆਪਣੀ ਮਾਂ ਤੋਂ ਝੂਠ ਬੋਲਿਆ ਤਾਂ ਮੈਂ ਵੀ ਉਹਦੀ ਖੁਸ਼ੀ ਲਈ ਬੋਲਿਆ ਹੋਵੇ, ਪਰ ਜਦੋਂ ਆਪਾਂ ਅੰਧ ਵਿਸ਼ਵਾਸਾਂ ਨੂੰ ਜਿਗਣਾ ਤੁਸੀਂ ਗੱਲ ਕਰਦੇ ਹੋ ਕਿ ਬਾਬਿਆਂ ਦਾ, ਉਹ ਫਿਰ ਉਸ ਚੀਜ਼ ਨੂੰ ਆਪਣਾ ਪ੍ਰੋਫੈਸ਼ਨ ਬਣਾ ਲੈਂਦੇ ਆ। ਤੇ ਫਿਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਹਟਾਉਣਾ ਇਸ ਚੀਜ਼ ਤੋਂ ਹੈਗਾ ਸੌਖਾ, ਜਿਸ ਹਿਸਾਬ ਨਾਲ ਬਾਬਿਆਂ ਪਿੱਛੇ ਲੱਗੀ ਪਈ ਆ? ਇਸ ਚੀਜ਼ ਨੂੰ ਆਪਾਂ ਪੂਰੀ ਤਰ੍ਹਾਂ ਹਟਾਉਣ ਦੇ ਲਈ ਜਿਹੜੀ ਸਭ ਤੋਂ ਵੱਡੀ ਹੁੰਦੀ ਹੈ, ਜਦੋਂ ਤੱਕ ਬੰਦੇ ਦੀ ਆਪਣੀ ਇੱਛਾ ਨਾ ਹੋਵੇ ਮਨ ਦੀ, ਉਦੋਂ ਤੱਕ ਅਸੀਂ ਕੁਝ ਨਹੀਂ ਅਚੀਵ ਕਰ ਸਕਦੇ। ਜੇ ਮੈਂ ਅੱਜ ਤੁਹਾਨੂੰ ਕਹਿੰਦਾ ਕਿ ਹਾਂ ਤੁਸੀਂ ਮਾਊਂਟ ਐਵਰੈਸਟ ਚੜ੍ਹਨੀ ਹੈ ਨਾ, ਉੱਥੇ ਚੜੋਗੇ ਤਾਂ ਤੁਹਾਨੂੰ ਇੰਨੇ ਕਰੋੜ ਦਾ ਇਨਾਮ ਮਿਲ ਜਾਊਗਾ ਹੈਨਾ, ਜਾਂ ਕੁਝ ਵੀ ਤੁਹਾਡਾ ਇੱਕ ਨਾਮ ਬਣ ਜਾਊਗਾ, ਪਰ ਜਦੋਂ ਤੱਕ ਤੁਹਾਡੀ ਆਪਣੀ ਇੱਛਾ ਨਹੀਂ ਉੱਥੇ ਚੜ੍ਹਨ ਤੇ ਤੁਸੀਂ ਕਿਵੇਂ ਚੜ੍ਹ ਜਾਓਗੇ
ਮੈਂ ਨੌਜਵਾਨਾਂ ਨੂੰ ਅੱਜ ਆਪਾਂ ਇੱਥੇ ਬੈਠ ਕੇ ਕਹਿ ਦਿੰਦੇ ਆ ਕਿ ਹਾਂਜੀ ਇਹ ਵਹਿਮ ਭਰਮ ਆ, ਝੂਠ ਆ ਜੀ, ਉਹ ਕਹਿਣਗੇ ਸਾਡੇ ਨਾਲ ਤਾਂ ਚਮਤਕਾਰ ਹੋਏ ਆ। ਆਪਾਂ ਜੇ ਛੋਟੀ ਛੋਟੀ ਗੱਲ ਨੂੰ ਐਕਸਪਲੇਨ ਕਰੀਏ ਹਨਾ, ਕਹਿਣਗੇ ਸਾਡੇ ਨਾਲ ਤਾਂ ਆ ਹੋਇਆ ਜੀ ਫਲਾਣੇ ਮੈਂ ਨਹੀਂ ਕਹਿੰਦਾ, ਮੈਂ ਹਰ ਇੱਕ ਧਰਮ ਦੇ ਵਿੱਚ ਵਿਸ਼ਵਾਸ ਕਰਦਾ, ਗੁਰਦੁਆਰਾ ਸਾਹਿਬ ਵੀ ਜਾਣਾ, ਮੰਦਿਰ ਵੀ ਜਾਣਾ ਹਨਾ, ਕਿਉਂਕਿ ਉਹ ਜਦੋਂ ਉਹ ਚੀਜ਼ਾਂ ਨੂੰ ਆਪਾਂ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਦੇਖੇ, ਉਹਦੀ ਵਿਆਖਿਆ ਸਾਨੂੰ ਇੱਕ ਇੱਕ ਚੀਜ਼ ਦਾ ਜਵਾਬ ਮਿਲਦਾ। ਸਭ ਤੋਂ ਵੱਡੇ ਸਾਇੰਟਿਸਟ ਗੁਰੂ ਨਾਨਕ ਦੇਵ ਜੀ ਸੀਗੇ ਹਨਾ, 1469 ਦੇ ਵਿੱਚ ਜਨਮ ਹੋਣ ਤੋਂ ਬਾਅਦ ਉਹਨਾਂ ਨੇ ਉਦੋਂ ਹੀ ਦੱਸਤਾ ਸੀ ਸਾਨੂੰ ਕਿ ਕਿੰਨੇ ਆਕਾਸ਼ ਆ, ਕਿੰਨੇ ਬ੍ਰਹਿਮੰਡ ਆ ਹਨਾ। ਉਸ ਤੋਂ ਬਾਅਦ ਕਿਤੇ ਜਾ ਕੇ ਖੋਜ ਹੋਈ ਜੀ, ਤਾਂ ਫਿਰ ਸਭ ਤੋਂ ਵੱਡੇ ਸਾਇੰਟਿਸਟ ਤਾਂ ਉਹ ਸੀਗੇ ਹਨਾ। ਅਸੀਂ ਫਿਰ ਐਜ਼ ਅ ਸਾਇੰਟਿਸਟ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ? ਕਦੇ ਉਹਨਾਂ ਨੂੰ ਕਿਉਂ ਨਹੀਂ ਆਪਾਂ ਨੇ ਕਿਹਾ ਕਿ ਹਾਂਜੀ ਸਾਇੰਟਿਸਟ ਦੇ ਨਾਲ ਉਹਨਾਂ ਨੂੰ ਕਦੋਂ ਨਹੀਂ ਨੋਬਲ ਪੁਰਸਕਾਰ ਦਿੰਦੇ? ਲੋਕ ਤਾਂ ਉਦੋਂ ਉਹਨਾਂ ਨੂੰ ਵੀ ਮਾੜਾ ਬੋਲਦੇ ਸੀ, ਪਖੰਡੀ ਸਾਧ ਤੱਕ ਕਿਹਾ ਉਹਨਾਂ ਨੂੰ, ਖੁਦ ਉਹਨਾਂ ਦੇ ਪੇਰੈਂਟਸ ਨੂੰ ਸੀ ਪਤਾ ਕਿ ਕੀ ਆ। ਪਰ ਅੱਜ 500 ਸਾਲਾਂ ਤੋਂ ਬਾਅਦ ਅਸੀਂ ਉਹਨਾਂ ਦੇ ਜਨਮ ਦਿਹਾੜੇ ਵੀ ਮਨਾਉਂਦੇ ਆ ਹਨਾ, ਹਰ ਇੱਕ ਚੀਜ਼ ਹੁੰਦੀ ਆ, ਉਹਨਾਂ ਨੂੰ ਨਤਮਸਤਕ ਹੁੰਦੇ ਆ। ਪਰ ਕਦੇ ਕਦੇ ਬੈਠ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਉਹਦੀ ਵਿਆਖਿਆ ਨੂੰ ਦੇਖਿਓ, ਉਹਦੀ ਐਕਸਪਲੇਨੇਸ਼ਨ ਨੂੰ ਦੇਖਿਓ, ਤੁਹਾਨੂੰ ਹਰ ਇੱਕ ਚੀਜ਼ ਦਾ ਜਵਾਬ ਮਿਲੂ ਹਨਾ। ਜਿਹੜੀ ਸਾਈਕੋਲੋਜੀ ਦੇ ਵਿੱਚ 3 ਚੀਜ਼ਾਂ, ਇਡ, ਈਗੋ, ਸੁਪਰ ਈਗੋ। ਈਗੋ ਕਹਿੰਦੇ ਆ ਕਿ ਈਗੋ ਮਾੜੀ ਹੁੰਦੀ ਆ, ਹਉਮੈ ਮਾੜਾ ਹੁੰਦਾ, ਮੈਂ ਮਾੜੇ। ਪਰ ਜਦੋਂ ਤੱਕ ਇੱਕ ਤੁਹਾਡੀ ਆਇਡੈਂਟੀਟੀ ਆ, ਇੱਕ ਹੈਗੀ ਆ ਕਿ ਹਾਂਜੀ ਮੈਂ ਗਗਨਦੀਪ ਸਿੰਘ, ਤੁਸੀਂ ਮੈਂ ਮਨਪ੍ਰੀਤ ਹਨਾ, ਉਹ ਫਿਰ ਮੈਂ ਕਿਤੇ ਈਗੋ ਥੋੜੀ ਹੋਗੀ, ਉਹ ਤਾਂ ਇੱਕ ਆਇਡੈਂਟੀਟੀ ਆ ਹਨਾ। ਉਹ ਈਗੋ ਨਹੀਂ ਹੋਣੀ ਚਾਹੀਦੀ, ਉਹ ਹਉਮੈ ਨਹੀਂ ਹੈਗਾ, ਉਹ ਇੱਕ ਮੈਂ ਜਿਹੜੀ ਵੀ ਮੈਂ ਇਹ ਕਰਨਾ ਚਾਹੁੰਦਾ ਹਨਾ। ਉਹ ਜਦੋਂ ਸੁਪਰ ਈਗੋ ਦੇ ਵਿੱਚ ਅੱਗੇ ਆ ਕੇ ਡਿਵਾਈਡ ਹੋ ਜਾਂਦੀ ਆ, ਉਹ ਮੈਂ ਹੋਣੀ ਚਾਹੀਦੀ। ਜਦੋਂ ਤੱਕ ਤੁਹਾਨੂੰ ਆਪਣੀ ਆਇਡੈਂਟੀਟੀ ਦਾ ਨਹੀਂ ਪਤਾ, ਤੁਸੀਂ ਕਾਮਯਾਬ ਕਿਵੇਂ ਹੋ ਜਾਓਗੇ? ਘਰ ਦੇ ਵਿੱਚ 4 ਭੈਣ ਭਾਈ ਹੁੰਦੇ ਆ, ਉਹ ਫਲਾਣਾ ਸਿੰਘ ਜੀ, ਉਹ ਫਲਾਣਾ ਸਿੰਘ ਜੀ, ਉਹ ਫਲਾਣਾ ਸਿੰਘ, ਪਰ ਉਸ ਤੋਂ ਬਾਅਦ ਪਤਾ ਚੱਲਦਾ ਉਹ ਫਲਾਣਾ ਸਿੰਘ ਡਾਕਟਰ ਬਣ ਗਿਆ ਜੀ, ਫਲਾਣਾ ਸਿੰਘ। ਉਹ ਇੱਕ ਨਾਮ, ਸਾਨੂੰ ਨਾਮ ਨਹੀਂ ਤਾਂ ਸਾਨੂੰ ABCD ਕੁਝ ਵੀ ਤਾਂ ਕਹਿ ਦਿੰਦੇ ਹੈਨਾ, ਪਰ ਸਾਨੂੰ ਇੱਕ ਨਾਮ ਦਿੱਤਾ ਗਿਆ, ਇੱਕ ਆਇਡੈਂਟੀਟੀ ਦਿੱਤੀ ਗਈ ਹੈਨਾ। ਉਹ ਆਇਡੈਂਟੀਟੀ ਨੇ ਸਾਡੇ ਲਈ ਕੰਮ ਕੀਤਾ। ਇਹੀ ਨੌਜਵਾਨਾਂ ਨੂੰ ਆ, ਜੇ ਹਰ ਇੱਕ ਦੇ ਵਿੱਚ ਮੈਂ ਤੁਹਾਨੂੰ ਕਹਿੰਦਾ, ਜਿਹਨੂੰ ਸਾਡੀ ਸਾਈਕੋਲੋਜੀ ਵੀ ਕਹਿੰਦੀ ਕਿ ਅਬਨੋਰਮਲ ਪਰਸਨ ਆ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਗੁਣ ਹੁੰਦੇ ਆ ਹੈਨਾ। ਪਾਗਲ ਦੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਵੀ ਪਾਗਲ ਕਿਆ ਕਹਿ ਦਿੰਦੇ ਆ, ਕਦੇ ਉਹਨੂੰ ਜੋੜ ਕੇ ਦੇਖ ਲਓ, ਪਾਗਲ ਜਿਹੜਾ ਗੱਲ ਨੂੰ ਪਾ ਗਿਆ ਉਹ ਪਾਗਲ ਆ। ਬਿਲਕੁਲ, ਗੱਲ ਨੂੰ ਪਾਉਣਾ ਦਿਮਾਗ ਦੇ ਵਿੱਚ ਬੜਾ ਔਖਾ ਹੈ ਹੈਨਾ। ਹੁਣ ਮੈਂ ਬੋਲ ਰਿਹਾ, ਲਗਾਤਾਰ ਬੋਲੀ ਜਾਊਂਗਾ, ਪਰ ਸਭ ਤੋਂ ਵੱਡਾ ਮੈਂ ਕਹਿੰਦਾ ਸਭ ਤੋਂ ਵੱਡੀ ਤਾਂ ਸਹਿਣਸ਼ੀਲਤਾ ਤੁਸੀਂ ਤੁਹਾਡੇ ਵਿੱਚ ਹੈ, ਜਾਂ ਆਡੀਅנס 'ਚ ਹੋਊਗੀ, ਜਾਂ ਕਿਸੇ ਵੀ ਜਿਹੜੇ ਮੈਨੂੰ ਸੁਣ ਰਹੇ ਆ ਹੈਨਾ। ਉਸ ਚੀਜ਼ ਦੀ ਕਦਰ ਨਹੀਂ ਕਰਦੇ ਅਸੀਂ, ਜਿਹੜਾ ਚੀਜ਼ ਨੂੰ ਸੁਣ ਕੇ ਆਪਣੇ ਤੇ ਇੰਪਲੀਮੈਂਟ ਕਰ ਗਿਆ। ਗੱਲ ਹੋ ਗਈ ਇੰਪਲੀਮੈਂਟੇਸ਼ਨ ਦੀ ਹੈਨਾ। ਕੱਪੜੇ ਤਾਂ ਸਾਹਮਣੇ ਬਹੁਤ ਪਏ ਹੁੰਦੇ ਆ, ਬ੍ਰਾਂਡ ਵੱਡੇ ਪਏ ਆ, ਉਹ ਜਦੋਂ ਤੱਕ ਉਹਨੂੰ ਪਾਉਣੇ ਨਹੀਂ, ਪਾ ਕੇ ਨਹੀਂ ਪਤਾ ਲੱਗਦਾ, ਉਦੋਂ ਤੱਕ ਸਾਨੂੰ ਨਹੀਂ ਪਤਾ ਚੱਲਦਾ ਕਿ ਇਹ ਸਾਡੇ ਲਈ ਫਿੱਟ ਆ, ਉਹਦੀ ਫਿਟਿੰਗ ਸਾਡੇ ਲਈ ਸਹੀ ਆ, ਜਾਂ ਮੈਨੂੰ ਸੂਟ ਕਰਦਾ ਜਾਂ ਨਹੀਂ ਹੈਨਾ। ਮੈਂ ਉੱਥੇ ਕਹੀ ਜਾਵਾਂ ਕਿ ਹਾਂਜੀ ਉੱਥੇ ਔਰੇਂਜ ਕਲਰ ਦਾ ਕੋਟ ਪਿਆ, ਉਹ ਮੈਨੂੰ ਸੂਟ ਨਹੀਂ ਕਰਨਾ ਹੈਨਾ, ਉਹਦੇ ਮੈਨੂੰ ਸੂਟ ਨਹੀਂ ਕਰੂਗਾ। ਉਹ ਇੱਕ ਨਾ ਪਰਸੈਪਸ਼ਨ ਬਣਾ ਲਈ, ਕੀ ਪਤਾ ਅਸੀਂ ਪਾ ਕੇ ਹੀ ਨਹੀਂ ਦੇਖਾਂਗੇ ਤਾਂ ਫਿਰ ਉਹ ਗੱਲ ਇਹੀ ਨੌਜਵਾਨ ਪੀੜ੍ਹੀ ਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਂ ਹੁਣ ਆਪਾਂ ਚਲੇ ਜਾਈਏ ਕਿਸੇ ਬਾਬੇ ਦੇ ਕੋਲ ਹਨਾ, ਤੁਸੀਂ ਕਹਿ ਦਿਓ 2 ਚਮਤਕਾਰ ਕਰਕੇ ਦਿਖਾ ਦੇਣਗੇ। ਉਸ ਤੋਂ ਬਾਅਦ ਉਹਨਾਂ ਨੂੰ ਕਹਿ ਦਿਓ ਕਿ ਹਾਂ ਮੈਨੂੰ ਹੁਣ 1 ਕਰੋੜ ਰੁਪਇਆ ਦੇ ਦਿਓ ਜੀ, ਉਹਨੇ ਕਦੇ ਦੇ ਦੇਣਗੇ? ਕੋਈ ਨਹੀਂ ਦੇ ਸਕਦਾ ਹੈਨਾ। ਇਹ ਗੱਲ ਹੁੰਦੀ ਹੈ, ਜਦੋਂ ਦੇਣ ਤੇ ਆਉਂਦਾ ਫਿਰ ਕਹਿੰਦਾ ਪਰਮਾਤਮਾ ਦਿੰਦਾ। ਅਸੀਂ ਕਿਉਂ ਨਹੀਂ ਪਹਿਲਾਂ ਹੀ ਪਰਮਾਤਮਾ ਨਾਲ ਜੁੜਦੇ ਹੈਨਾ? ਕਿਉਂ ਨਹੀਂ? ਮੈਂ ਨਹੀਂ ਕਹਿੰਦਾ ਸਾਇੰਸ ਦੇ ਨਾਲ ਅੱਜ ਜਿਹੜਾ ਮਾਡਰਨ ਟੈਕਨੋਲੋਜੀ ਆ ਉਹਨੂੰ ਅਡਾਪਟ ਕਰੋ, ਪਰ ਉਹਨੂੰ ਸਾਥ ਤੱਕ ਅਡਾਪਟ ਕਰੋ ਕਿ ਸਾਨੂੰ ਉਹਦੇ ਜਿਹੜੇ ਪੋਜ਼ਿਟਿਵ ਤੇ ਨੈਗੇਟਿਵ ਐਂਡ ਦੋਨਾਂ ਦਾ ਪਤਾ ਹੋਵੇ ਹੈਨਾ। ਜੇ ਬਾਬੇ ਕੋਲ ਜਾਂਦੇ ਜੀ ਸਦਕੇ ਜਾਓ ਹੈਨਾ, ਤੁਹਾਡੇ ਮਨ ਨੂੰ ਸੈਟੀਸਫੈਕਸ਼ਨ ਮਿਲਦੀ ਹੈ, ਸੈਟੀਸਫਾਈਡ ਹੋ ਕੇ ਆਓ। ਪਰ ਉਹ ਆਪਣੇ ਜਿਹੜੇ ਸਵਾਲ ਆ ਤਾਂ ਉਹਨਾਂ ਦੇ ਜਵਾਬ ਜ਼ਰੂਰ ਲੈ ਕੇ ਆਓ, ਪਰ ਉਹ ਸਵਾਲਾਂ ਦੇ ਜਵਾਬ ਕਿੱਥੇ ਮਿਲਨੇ ਆ? ਐਂਡ ਦੀ ਐਂਡ ਪਰਮਾਤਮਾ ਕੋਲੇ। ਬਿਲਕੁਲ, ਤੁਸੀਂ ਡਾਇਰੈਕਟ ਕਿਉਂ ਨਹੀਂ ਜੁੜਦੇ ਫਿਰ? ਜੀ 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 ਗਗਨ ਜੀ, ਨਹੀਂ ਬਹੁਤ ਵਧੀਆ। ਤੁਸੀਂ ਵੀ ਸੁਣਿਆ ਹੋਊਗਾ ਕਿ ਕਿਵੇਂ ਬਾਬੇ ਨੇ ਜਾਂ ਡੇਰਾਵਾਦ ਲੈ ਕੇ ਆਲੀਏ ਤੁਹਾਡੇ ਮਨ ਨੂੰ ਪੜ੍ਹਦੇ ਨੇ। ਜਿਹੜਾ ਤੁਸੀਂ ਇੱਕ ਸੈਕਿੰਡ ਉੱਥੇ ਜਾ ਕੇ ਖਰਾਬ ਕਰਦੇ ਹੋ, ਜੇ ਉਹੀ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਉਸ ਦਾ ਫਲ ਮਿਲੇਗਾ। ਗਗਨ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ। ਥੋੜੀ ਜਾਗਰੂਕਤਾ ਕਿ ਲੋਕਾਂ ਦੇ ਵਿੱਚ ਵੀ ਇਹ ਜਾਗਰੂਕਤਾ ਆਏ ਤਾਂ ਜੋ ਨੌਜਵਾਨ ਪੀੜ੍ਹੀ ਆਪਣਾ ਭਵਿੱਖ ਨਾ ਖਰਾਬ ਕਰੇ। ਤੇ ਮੈਂ ਵੀ ਤੁਹਾਨੂੰ ਕਹਿਣਾ ਚਾਹੂੰਗੀ ਟ੍ਰੈਫਿਕ ਬਹੁਤ ਆ, ਥੋੜਾ ਧਿਆਨ ਨਾਲ ਜਾਈਓ। ਮਨ ਨਹੀਂ ਪੜਿਆ, ਵਾਕਈ ਟ੍ਰੈਫਿਕ ਬਹੁਤ ਜ਼ਿਆਦਾ ਆ। ਥੈਂਕ ਯੂ ਸੋ ਮਚ ਮੈਮ। ਰੋਜ਼ਾਨਾ ਸਪੋਕਸਮੈਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਵਧੀਆ ਲੱਗੇਗਾ, ਇਹ ਗੱਲਾਂ ਤੁਹਾਨੂੰ ਵਧੀਆ ਲੱਗਣਗੀਆਂ ਤੇ ਇੱਕ ਵਾਰ ਤੁਸੀਂ ਆਪਣੇ ਬਾਰੇ ਜ਼ਰੂਰ ਸੋਚੋਗੇ। ਤੇ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਾਂਗੇ ਕਿ ਜੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਸਵਾਲ ਹੈ ਜਾਂ ਕਿਸੇ ਪਰੇਸ਼ਾਨੀ ਦੇ ਵਿੱਚ ਹੋ ਤਾਂ ਕਿਸੇ ਤੀਜੇ ਬੰਦੇ ਨਾਲ ਗੱਲ ਕਰਨ ਦੀ ਬਜਾਏ, ਕਿਸੇ ਬਾਬੇ ਨਾਲ ਗੱਲ ਕਰਨ ਦੀ ਬਜਾਏ ਆਪਣੇ ਮਾਪਿਆਂ ਨਾਲ ਇੱਕ ਵਾਰ ਜ਼ਰੂਰ ਗੱਲ ਕਰੋ, ਕਿਉਂਕਿ ਉਸ ਦਾ ਹੱਲ ਤੁਹਾਡੇ ਘਰ ਦੇ ਵਿੱਚ ਹੀ ਮੌਜੂਦ ਹੁੰਦਾ ਹੈ। ਦਿਓ ਆਗਿਆ, ਸਤਿ ਸ਼੍ਰੀ ਅਕਾਲ।